जियो पिंड सब तेरी रास, तुम मात पिता हम बारिक तेरे। तुमरी कृपा में सूख कनेरे, कोई न जाने तुमरा अंत। ऊंचे ते ऊंचा भगवंत, सगल समगरी तुमरा सूतर धारी। तुम ते होए सो आज्ञाकारी, तुमरी गात मित तुम ही जानी। नानक दास सदा कुर्बानी, देनहार प्रभ छोड़ के लागै आन सुआए। नानक कहू न सिझाई, बिन नावै पत जाए। बहु शास्त्र बहु सिमरती, बिखै सर्ब टंडोल। पूजस नाही हर हरे, नानक नाम अमोल। सुखाओ होटल गुर से, अहनस सहज सुभाए। दर्शन परसे गुरु, जन्म मरण दुख जा वै सिफत खसमदी। नूर अरसों कुरसों चटी, तुद डिठे सचे पातशाह। मल जन्म जन्म दी, तुद डिठे सचे पातशाह। मल जन्म जन्म दी खटिया। सतनाम श्री वाहिगुरु साहिब जीओ। सूही महला पहला, सो चजी। जा तू ता मैं सबको, तू साहिब मेरी रास जियो। तुद अंतर हाँ सुख वसा, तू अंतर साबास जियो। भाणे तख्त वडाइया, भाणे भीख उदास जियो। भाणे थल सिर सरवह, कमल फुलाया आकाश जियो। जा तू ता मैं सबको, तू साहिब मेरी रास जियो। वाहिगुरु जी का खालसा, वाहिगुरु जी की फतेह। परम सन्मानयोग सतगुरां दी साजी नवाजी गुरु की संगत। सतगुरु जियां ने कृपा करके गुरबाणी दियां दातां नितनेम दे नाल कीर्तन दे नाल सानू निवाजिया है। जो गुरबाणी नूं पढ़ सुन के असीं वड्डा भारी लाभ प्राप्त कर रहे हाँ।
ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਪਵਿੱਤਰ ਬਾਣੀ ਜੋ ਹੈ ਉਸ ਦੀ ਵਿਚਾਰ ਸਰਵਨ ਕਰਨ ਵਾਸਤੇ ਆਪਾਂ ਇਕੱਤਰਤ ਹੋਏ ਆ। ਆਓ ਮਨ ਦੇ ਧਿਆਨ ਨੂੰ ਟਿਕਾਈਏ, ਭਾਵਨਾ ਦੇ ਨਾਲ ਸਤਿਗੁਰਾਂ ਦੇ ਅੰਮ੍ਰਿਤ ਬਚਨ ਸਰਵਨ ਕਰੀਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਹੀ ਮਹਲਾ ਪਹਿਲਾ ਸੋਚ ਜੀ। ਸੋਹੀ ਰਾਗ ਦੇ ਅੰਦਰ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਇਹ ਪਵਿੱਤਰ ਸ਼ਬਦ ਹੈ। ਸਤਿਗੁਰੂ ਜੀਆਂ ਨੇ ਕੁਚੱਜੀ, ਸੁਚੱਜੀ ਤੇ ਗੁਣਵੰਤੀ, ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ ਉੱਤਮ, ਮੱਧਮ ਤੇ ਕਨਿਸ਼ਟ, ਤਿੰਨ ਤਰ੍ਹਾਂ ਦੀ ਬਿਰਤੀ ਜਿਹੜੀ ਸੰਸਾਰ ਦੇ ਲੋਕਾਂ ਦੀ ਹੈ ਉਹਦਾ ਵਰਣਨ ਇਹਨਾਂ ਸ਼ਬਦਾਂ ਦੇ ਅੰਦਰ ਕੀਤਾ ਹੈ। ਕੱਲ੍ਹ ਦੇ ਦੀਵਾਨ-ਏ ਵਿੱਚ ਆਪਾਂ ਕੁਚੱਜੀ, ਖੋਟੇ ਚੱਜਾਂ ਵਾਲੀ, ਖੋਟੇ ਕਰਤੱਬਾਂ ਵਾਲੀ ਜੋ ਜੀਵ ਇਸਤਰੀ ਹੈ, ਜਿਸ ਨੂੰ ਕਨਿਸ਼ਟ ਕਿਹਾ ਜਾਂਦਾ ਹੈ, ਉਹਦੇ ਬਾਰੇ ਵਿਚਾਰ ਸਰਵਣ ਕੀਤੀ ਹੈ। ਸੋ ਅੱਜ ਮਹਾਰਾਜ ਜੀ ਜੋ ਸੁਚੱਜੀ ਹੈ, ਸੁਚੱਜੀ ਤੋਂ ਭਾਵ ਹੈ ਮੱਧ ਵਰਗ ਵਾਲੀ, ਉਹਦੇ ਬਾਬਤ ਮਹਾਰਾਜ ਸਾਨੂੰ ਇੱਥੇ ਬਚਨ ਬਖਸ਼ਿਸ਼ ਕਰ ਰਹੇ ਨੇ। ਸੋਹੀ ਰਾਗ ਦਾ ਇਹ ਸ਼ਬਦ ਹੈ, ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਖਸ਼ਿਆ ਹੈ। ਇਹ ਪਾਠ ਜੋ ਹੈ ਇਹ ਸੁਚੱਜੀ ਹੈ, ਸੋਚੱਜੀ ਵੱਖਰਾ ਵੱਖਰਾ ਨਹੀਂ ਹੈ। ਸੁਚੱਜੀ ਤੋਂ ਭਾਵ ਸ੍ਰੇਸ਼ਟ ਚੱਜ ਵਾਲੀ। ਮਹਾਰਾਜ ਫਿਰ ਬਖਸ਼ਿਸ਼ ਕਰਦੇ ਹਨ। ਸੋਹੀ ਮਹਲਾ ਪਹਿਲਾ ਸੋਚ ਜੀ। ਸੋਹੀ ਰਾਗ ਦੇ ਅੰਦਰ ਗੁਰੂ ਨਾਨਕ ਦੇਵ ਜੀਆਂ ਦਾ ਇਹ ਪਵਿੱਤਰ ਸ਼ਬਦ 762 ਅੰਗ ਦੇ ਉੱਪਰ ਆਪਾਂ ਸਰਵਨ ਕਰਨ ਜਾ ਰਹੇ ਹਾਂ। ਸੁਚੱਜੀ ਦੇ ਸਿਰਲੇਖ ਹੇਠ ਮਹਾਰਾਜ ਜੀਆਂ ਨੇ ਬਾਣੀ ਜੋ ਹੈ ਉਹ ਸਾਨੂੰ ਬਖਸ਼ਿਸ਼ ਕੀਤੀ ਹੈ। ਜਾਂ ਤੂੰ ਤਾਂ ਮੈਂ ਸਭ ਕੋ, ਤੂੰ ਸਾਹਿਬ ਮੇਰੀ ਰਾਸ ਜੀਓ। ਸਤਿਗੁਰੂ ਬਖਸ਼ਿਸ਼ ਕਰਦੇ ਕਹਿਣ ਲੱਗੇ ਹੈ ਪਰਮਾਤਮਾ, ਜਾਂ ਤੂੰ, ਜੇ ਤੂੰ ਪ੍ਰਾਪਤ ਹੋਵੇਂ ਤਾਂ ਮੈਂ ਸਭ ਕੋ, ਤਾਂ ਮੈਨੂੰ ਸਾਰੇ ਪਦਾਰਥ ਪ੍ਰਾਪਤ ਹੋ ਜਾਂਦੇ। ਗੁਰਮੁਖੋ ਜਿੱਥੇ ਪ੍ਰਮਾਤਮਾ ਆਪ ਆ ਜਾਵੇ, ਉਹਦੀ ਪ੍ਰਾਪਤੀ ਹੋ ਜਾਵੇ, ਉੱਥੇ ਪਦਾਰਥ ਪਿੱਛੇ ਕੋਈ ਰਹਿ ਹੀ ਨਹੀਂ ਜਾਂਦਾ। ਜਿਵੇਂ ਆਪਾਂ ਬਚਨ ਕਰਦੇ ਹਾਂ ਵੀ ਹਾਥੀ ਦੀ ਪੈੜ ਦੇ ਵਿੱਚ ਸਾਰੀਆਂ ਪੈੜਾਂ ਆ ਜਾਂਦੀਆਂ, ਜਿੱਥੇ ਪ੍ਰਮਾਤਮਾ ਆਪ ਆ ਗਿਆ ਉੱਥੇ ਪਦਾਰਥ ਆਪਣੇ ਆਪ ਹੀ ਆ ਕੇ ਪ੍ਰਾਪਤ ਹੋ ਜਾਂਦੇ, ਆਪਣੇ ਆਪ ਹੀ ਆ ਜਾਂਦੇ। ਪਰਮਾਤਮਾ ਜਿਨ੍ਹਾਂ ਨੂੰ ਤੂੰ ਪ੍ਰਾਪਤ ਹੋਇਆ, ਸੰਸਾਰ ਦੇ ਲੋਕਾਂ ਦੀ ਬਿਰਤੀ ਕੁਝ ਵੱਖਰੀ ਹੈ। ਸੰਸਾਰ ਦੇ ਲੋਕ ਆਖਦੇ ਸਭ ਕੁਛ ਆਪਣਾ ਇੱਕ ਰਾਮ ਪਰਾਇਆ। ਦੁਨੀਆ ਦੀ ਹਰੇਕ ਵਸਤੂ ਮੈਨੂੰ ਮਿਲ ਜਾਵੇ, ਹਰੇਕ ਪਦਾਰਥ ਮੈਨੂੰ ਮਿਲੇ, ਪਰ ਪਦਾਰਥਾਂ ਨੂੰ ਦੇਣ ਵਾਲੇ ਦੀ ਲੋੜ ਨਹੀਂ ਹੈ। ਜੇ ਪਦਾਰਥਾਂ ਨੂੰ ਦੇਣ ਵਾਲਾ ਹੀ ਨਹੀਂ ਮੰਗਿਆ ਤੇ ਪਦਾਰਥ ਕਿੱਥੋਂ ਆਵੇਗਾ। ਤਜ ਚਿਤਰੈ ਚਿਤ ਰਾਖ ਚਤੇਰਾ, ਬਾਣੀ ਦਾ ਬਚਨ ਹੈ। ਕਿਸੇ ਚਿੱਤਰਕਾਰ ਨੇ ਤਸਵੀਰ ਬਣਾਈ ਹੈ ਨਾ, ਵੇਖਣ ਵਾਲੇ ਨੂੰ ਤਸਵੀਰ ਬੜੀ ਸੋਹਣੀ ਲੱਗੀ, ਉਹਨੇ ਬੜੀ ਤਾਰੀਫ ਕੀਤੀ ਹੈ, ਤਸਵੀਰ ਬਾ ਕਮਾਲ ਹੈ, ਬੜੀ ਸੋਹਣੀ ਹੈ, ਮੈਂ ਇਸ ਨੂੰ ਖਰੀਦਾਂਗਾ, ਮੈਂ ਇਸ ਨੂੰ ਲਵਾਂਗਾ। ਬਸ ਕਿਸੇ ਨੇ ਉਸ ਚਿੱਤਰਕਾਰ ਦਾ ਮੁੱਲ ਨਹੀਂ ਪਾਇਆ ਹੈ। ਉਹ ਚਿੱਤਰਕਾਰ ਕੌਣ ਹੈ ਭਾਈ ਜਿਹਨੇ ਇਹ ਬਣਾਈ ਹੈ, ਉਹਨੇ ਕਿੰਨੀ ਮਿਹਨਤ ਕੀਤੀ ਹੈ, ਉਹਦੀ ਕਿਸ ਤਰ੍ਹਾਂ ਦੀ ਸੋਚ ਹੋਵੇਗੀ, ਉਹਦੇ ਕੋਲ ਕੀ ਗੁਣ ਹੋਵੇਗਾ। ਚਿੱਤਰਕਾਰ ਬਾਰੇ ਨਹੀਂ ਕਿਸੇ ਨੇ ਪੁੱਛਿਆ ਹੈ, ਕੇਵਲ ਚਿੱਤਰਕਾਰੀ ਦੀ ਹੀ ਸਿਫਤ ਕੀਤੀ ਹੈ। ਇਹ ਜਿਹੜੀ ਦੁਨੀਆ ਸੰਸਾਰ ਹੈ ਨਾ, ਇਹ ਚਿੱਤਰਕਾਰੀ ਹੈ, ਪ੍ਰਮਾਤਮਾ ਨੇ ਬਣਾਈ ਹੈ, ਤੇ ਬਣਾਉਣ ਵਾਲਾ ਉਹ ਚਿੱਤਰਕਾਰ ਆਪ ਹੈ, ਪ੍ਰਮਾਤਮਾ ਜਿਹਨੇ ਦੁਨੀਆ ਬਣਾਈ ਹੈ। ਅਸੀਂ ਕਦੇ ਉਹਨੂੰ ਯਾਦ ਨਹੀਂ ਕੀਤਾ, ਕਦੇ ਉਹਦਾ ਧੰਨਵਾਦ ਨਹੀਂ, ਕਦੇ ਉਹਨੂੰ ਮਿਲਣਾ ਨਹੀਂ ਚਾਹਿਆ, ਪਰ ਜਿਹੜੀ ਚਿੱਤਰਕਾਰੀ
ਸਤਿਗੁਰੂ ਕਹਿਣ ਲੱਗੇ, ਐ ਪ੍ਰਮਾਤਮਾ, ਜਾਂ ਤੂੰ, ਜੇ ਤੂੰ ਮੇਰਾ ਰੱਖਿਆ ਕਰਨ ਵਾਲਾ ਹੋ ਜਾਵੇਂ, ਜੇ ਤੂੰ ਮੇਰੀ ਰੱਖਿਆ ਕਰੇ ਨਾ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ, RAM ਨਾਮ ਮਨ ਲਾਗਾ, ਜੰਮ ਲਜਾਏ ਕਰ ਭਾਗਾ। ਮਹਾਰਾਜ ਕਹਿਣ ਲੱਗੇ, ਜੇ ਤੂੰ ਰਾਖੀ ਕਰਨ ਵਾਲਾ ਹੋ ਜਾਵੇਂ ਤੇ ਜੰਮ ਨੂੰ ਵੀ ਲੱਜਾ ਆਉਂਦੀ ਹੈ, ਸ਼ਰਮ ਆਉਂਦੀ ਹੈ ਸਾਡੇ ਕੋਲ ਆਉਣ ਲੱਗਿਆ। ਉਹ ਸ਼ਰਮ ਦਾ ਮਾਰਾ ਹੀ ਪਿੱਛੇ ਮੁੜ ਜਾਂਦਾ। ਨਹੀਂ, ਇਹ ਤੇ ਗੁਰੂ ਦਾ ਬਣ ਗਿਆ ਹੈ। ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਸ਼ੰਦਾ, ਜੇ ਤੂੰ ਮੇਰੇ ਵੱਲ ਹੋ ਜਾਵੇਂ, ਮੇਰੀ ਤਰਫ ਹੋ ਜਾਵੇਂ, ਫਿਰ ਮੈਨੂੰ ਕਿਸੇ ਦੀ ਮੁਸ਼ੰਦਗੀ ਮੁਥਾਜਗੀ ਰਹਿ ਨਹੀਂ ਜਾਂਦੀ ਹੈ। ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਸ਼ੰਦਾ, ਤੁਧ ਸਭ ਕੁਝ ਮੈਨੂੰ ਸੌਂਪਿਆ, ਮੈਂ ਤੇ ਤੇਰਾ ਇੱਕ ਬੰਦਾ ਹਾਂ, ਇੱਕ ਗੁਲਾਮ ਹਾਂ, ਇੱਕ ਦਾਸ ਹਾਂ। ਸਤਿਗੁਰੂ ਕਹਿਣ ਲੱਗੇ, ਜਾਂ ਤੂੰ, ਜਿਸ ਵੇਲੇ ਤੂੰ ਮੇਰੀ ਰੱਖਿਆ ਕਰਨ ਵਾਸਤੇ ਆ ਜਾਵੇਂ, ਤਾਂ ਮੈਂ ਸਭ ਕੋ, ਤਾਂ ਮੈਂ ਸਾਰਿਆਂ ਦਾ ਹਿਤਕਾਰੀ ਬਣ ਜਾਂਦਾ, ਸਾਰੇ ਮੇਰੇ ਹਿਤਕਾਰੀ ਬਣ ਜਾਂਦੇ। ਹਿਤਕਾਰੀ ਤੋਂ ਭਾਵ ਹੁੰਦਾ ਹੈ ਸਾਰੇ ਮੇਰਾ ਭਲਾ ਚਾਹੁਣ ਵਾਲੇ ਹੋ ਜਾਂਦੇ। ਜੇ ਪ੍ਰਮਾਤਮਾ ਰਾਖੀ ਕਰਨ 'ਤੇ ਆ ਜਾਵੇ ਨਾ, ਸਾਰੀ ਦੁਨੀਆ ਹੀ ਫਿਰ ਉਹਦੀ ਮਦਦਗਾਰ ਹੋ ਜਾਂਦੀ ਹੈ, ਉਹਦੇ ਭਲੇ ਵਾਸਤੇ ਯਤਨ ਕਰਦੀ ਹੈ। ਪਰ ਯਤਨ ਦੁਨੀਆ ਤਾਂ ਕਰਦੀ ਹੈ ਜੇ ਪ੍ਰਮਾਤਮਾ ਰੱਖਿਆ ਕਰਨ 'ਤੇ ਆਵੇ ਤਾਂ, ਤੇ ਜੇ ਉਹ ਰਾਖੀ ਕਰਨ 'ਤੇ ਨਾ ਆਵੇ ਫਿਰ ਦੁਨੀਆ ਵੀ ਵੈਰੀ ਪੈ ਜਾਂਦੀ, ਵੈਰ ਪੈ ਜਾਂਦੀ ਹੈ। ਰੱਖਿਆ ਵੀ ਉਹਨਾਂ ਦੀ ਹੁੰਦੀ ਹੈ ਜਿਨ੍ਹਾਂ ਨੂੰ ਉਹ ਰੱਖਦਾ ਹੈ, ਤੇ ਫਿਰ ਸਾਰੀ ਦੁਨੀਆ ਉਹਨਾਂ ਦੀ ਹਿਤਕਾਰੀ ਬਣ ਜਾਂਦੀ ਹੈ, ਉਹਨਾਂ ਦਾ ਹਿਤ ਕਰਨ ਲੱਗ ਪੈਂਦੀ ਹੈ, ਉਹਨਾਂ ਦੀ ਮਦਦਗਾਰ ਹੋ ਜਾਂਦੀ ਹੈ। ਪਰ ਮਦਦਗਾਰ ਤਾਂ ਹੁੰਦੀ ਹੈ ਜੇ ਪ੍ਰਮਾਤਮਾ ਰੱਖਿਆ ਕਰੇ। ਫਿਰ ਬਖਸ਼ਿਸ਼ ਕਰਦੇ ਹਨ। ਜਾਂ ਤੂੰ ਤਾਂ ਮੈਂ ਸਭ ਕੋ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਐ ਪ੍ਰਮਾਤਮਾ, ਜਦੋਂ ਤੂੰ ਮੈਨੂੰ ਆਪਣਾ ਬਣਾ ਲਵੇਂ ਤੇ ਮੈਂ ਬਣ ਜਾਵਾਂ ਤੇਰਾ, ਤਾਂ ਮੈਂ ਸਭ ਕੋ, ਫਿਰ ਸਾਰੀ ਦੁਨੀਆ ਮੈਨੂੰ ਆਪਣਾ ਸਮਝਦੀ ਹੈ। ਪਰ ਜਿੰਨਾ ਚਿਰ ਤੂੰ ਆਪਣਾ ਨਹੀਂ ਬਣਾਉਂਦਾ, ਉਹਨਾਂ ਚਿਰ ਦੁਨੀਆ ਨੇ ਵੀ ਬੇਗਾਨਾ ਸਮਝਿਆ। ਹੁਣ ਗੁਰਮੁਖੋ ਮਹਾਤਮਾ ਹੁੰਦੇ ਨਾ, ਸਾਧੂ ਨਾਮ ਜਪਣ ਵਾਲੇ, ਉਹਨਾਂ ਦੇ ਕੋਲ ਕੋਈ ਵੀ ਚਲਾ ਜਾਵੇ, ਕਿਸੇ ਵੀ ਜਾਤੀ ਦਾ ਚਲਾ ਜਾਵੇ, ਕਿਸੇ ਵੀ ਧਰਮ ਦਾ ਚਲਾ ਜਾਵੇ, ਕਿਸੇ ਵੀ ਉਮਰਾਂ ਦਾ ਚਲਾ ਜਾਵੇ, ਸਾਡੇ ਮਨ ਵਿੱਚ ਕੀ ਹੁੰਦਾ? ਸਾਡੇ ਮਨ ਵਿੱਚ ਉਹਦੇ ਪ੍ਰਤੀ ਪਿਆਰ ਹੁੰਦਾ ਵੀ ਇਹ ਸਾਧੂ, ਇਹ ਮਹਾਤਮਾ, ਇਹ ਕੇਵਲ ਮੇਰਾ ਹੈ। ਦੂਜਾ ਆਉਂਦਾ ਉਹ ਆਖਦਾ ਹੈ ਮੇਰਾ ਹੈ, ਤੀਜਾ ਆਉਂਦਾ ਉਹ ਕਹਿੰਦਾ ਮੇਰਾ ਹੈ। ਮਹਾਤਮਾ ਨੂੰ ਸਾਰੇ ਹੀ ਆਪਣਾ ਸਮਝਦੇ। ਪਰ ਸਾਡੇ ਘਰ ਦੇ ਵਿੱਚ ਦੂਜੇ ਤੀਜੇ ਪਾਸੇ ਚਾਚੇ ਤਾਏ ਬੈਠੇ ਹੋਏ ਨਾ, ਸਾਡੇ ਪਰਿਵਾਰ ਦੇ ਮੈਂਬਰ, ਉਹਨਾਂ ਨੂੰ ਅਸੀਂ ਆਪਣਾ ਨਹੀਂ ਸਮਝਦੇ, ਉਹਨਾਂ ਨੂੰ ਦੂਜਾ ਤੀਜਾ ਸਮਝਿਆ ਜਾਂਦਾ, ਸਰੀਕਾ ਸਮਝਿਆ ਜਾਂਦਾ ਹੈ। ਪਰ ਮਹਾਤਮਾ ਜਿਹੜੇ ਨਾਮ ਜਪਣ ਵਾਲੇ ਨੇ, ਉਹਨਾਂ ਨੂੰ ਹਰੇਕ ਹੀ ਆਪਣਾ ਸਮਝਦਾ ਹੈ ਵੀ ਇਹ ਤੇ ਮੇਰੇ ਹੀ ਨੇ, ਮੇਰਾ ਭਲਾ ਜ਼ਰੂਰ ਕਰਨਗੇ। ਪਰ ਮਹਾਰਾਜ ਕਹਿਣ ਲੱਗੇ, ਉਹ ਭਲਾ ਕਰਨ ਦਾ ਕਾਰਨ ਇਹ ਹੈ ਕਿ ਜਾਂ ਤੂੰ, ਜਿਨ੍ਹਾਂ ਨੂੰ ਪ੍ਰਮਾਤਮਾ ਤੂੰ ਆਪਣਾ ਬਣਾ ਲਿਆ ਹੈ, ਤਾਂ ਸਭ ਕੋ, ਉਹਨਾਂ ਨੂੰ ਸਾਰੇ ਹੀ ਆਪਣਾ ਸਮਝਦੇ, ਉਹ ਸਾਰਿਆਂ ਦੇ ਪ੍ਰੇਮੀ ਬਣ ਜਾਂਦੇ, ਸਾਰਿਆਂ ਦੇ ਹਿਤਕਾਰੀ ਬਣ ਜਾਂਦੇ। ਪਰ ਉਹ ਤਾਂ ਬਣੇ ਨੇ ਕਿਉਂਕਿ ਤੂੰ ਉਹਨਾਂ ਨੂੰ ਆਪਣੇ ਬਣਾਇਆ ਹੈ, ਤਾਂ ਉਹ ਸਾਰਿਆਂ ਦੇ ਪ੍ਰੇਮੀ ਬਣਦੇ ਹਨ। ਤੂੰ ਸਾਹਿਬ ਮੇਰੀ ਰਾਸ ਜਿਓ। ਤੁਸੀਂ ਸਾਹਿਬ ਮਾਲਕ ਹੋ ਅਤੇ ਤੁਸੀਂ ਹੀ ਰਾਸ ਪੂੰਜੀ ਹੋ। ਤੁਸੀਂ ਹੀ ਸਾਹਿਬ ਮਾਲਕ ਹੋ, ਤੁਸੀਂ ਹੀ ਰਾਸ ਪੂੰਜੀ ਹੋ। ਫਿਰ ਬਖਸ਼ਿਸ਼ ਕਰਦੇ ਹਨ। ਜਾਂ ਤੂੰ ਤਾਂ ਮੈਂ ਸਭ ਕੋ, ਤੂੰ ਸਾਹਿਬ ਮੇਰੀ ਰਾਸ ਜਿਓ। ਤੁਸੀਂ ਹੀ ਮੇਰੀ ਸ਼ਰਧਾ ਰੂਪੀ ਰਾਸ ਪੂੰਜੀ ਹੋ, ਜਾਂ ਕਹਿ ਲਈਏ ਸ਼ਰਧਾ ਰੂਪੀ ਰਾਸ ਹੋ ਤੇ ਸ਼ੁਭ ਗੁਣਾ ਰੂਪੀ ਪੂੰਜੀ ਹੋ। ਮਹਾਰਾਜ, ਜਦੋਂ ਤੁਸੀਂ ਮੇਰੇ ਬਣ ਜਾਂਦੇ ਹੋ ਤੇ ਮੇਰੇ ਕੋਲ ਸ਼ੁਭ ਗੁਣ ਪ੍ਰਾਪਤ ਹੋ ਜਾਂਦੇ, ਸਤ, ਸੰਤੋਖ, ਦਇਆ, ਧਰਮ ਇਤਿਆਦਿ, ਅਤੇ ਸ਼ਰਧਾ ਮੇਰੇ ਮਨ ਵਿੱਚ ਬਣ ਜਾਂਦੀ ਹੈ ਵੀ ਗੁਰੂ ਦੇ ਦਰ ਤੋਂ ਬਿਨਾਂ ਮੈਨੂੰ ਕੁਝ ਨਹੀਂ ਮਿਲਣਾ ਹੈ। ਇਹ ਸ਼ਰਧਾ ਵੀ ਤਾਂ ਬਣਦੀ ਹੈ, ਇਹ ਸ਼ੁਭ ਗੁਣ ਵੀ ਤਾਂ ਪ੍ਰਾਪਤ ਹੁੰਦੇ ਜਦੋਂ ਤੁਸੀਂ ਮੇਰੇ ਸਾਹਿਬ ਬਣਦੇ ਹੋ, ਜਦੋਂ ਤੁਸੀਂ ਮੇਰੇ ਮਾਲਕ ਬਣ ਜਾਂਦੇ ਹੋ, ਉਦੋਂ ਮੇਰੇ ਵਿੱਚ ਇਹ ਗੁਣ ਪੈਦਾ ਹੁੰਦੇ ਹਨ। ਉਹਦੇ ਅੰਤਰ ਹਾਂ ਸੁਖ ਵਸਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਜਿਸ ਵੇਲੇ ਅੰਦਰ ਤੁਸੀਂ ਸਾਖਿਆਤ ਹੁੰਦੇ ਹੋ, ਪ੍ਰਗਟ ਹੁੰਦੇ ਹੋ,
ਪਰਮਾਤਮਾ ਹੈ ਤੇ ਗੁਰਮੁਖੋ ਸਾਰਿਆਂ ਦੇ ਅੰਦਰ, ਕੋਈ ਇਹੋ ਜਿਹੀ ਜਗ੍ਹਾ ਹੈ ਨਹੀਂ ਵੀ ਜਿੱਥੇ ਨਹੀਂ ਹੈ। ਪਰ ਕੁਝ ਵੱਡਿਆਂ ਭਾਗਾਂ ਵਾਲੇ ਉਹ ਨੇ ਜਿਨ੍ਹਾਂ ਦੇ ਅੰਦਰ ਉਹ ਸਾਖਿਆਤ ਹੋ ਜਾਂਦਾ, ਪ੍ਰਗਟ ਹੋ ਜਾਂਦਾ ਹੈ, ਜਿਨ੍ਹਾਂ ਦੇ ਅੰਦਰ ਤੂੰ ਪ੍ਰਗਟ ਹੋ ਜਾਂਦਾ ਹੈ। ਹਾਂ ਸੁਖ ਵਸਾਂ, ਉਹ ਸੁੱਖਾਂ ਦੇ ਸਮੇਤ ਵਸਦੇ। ਜਾਂ ਕਹਿ ਲਈਏ ਵਾਸ ਜੀਓ ਐ ਪ੍ਰਮਾਤਮਾ ਤੂੰ ਇਸ ਸੰਸਾਰ ਦੇ ਅੰਦਰ ਵੀ ਵਸਿਆ ਹੋਇਆ ਹੈ, ਸੰਸਾਰ ਦੇ ਕਣ ਕਣ ਦੇ ਵਿੱਚ ਵਸਿਆ ਹੋਇਆ ਹੈ। ਤੂੰ ਅੰਤਰ, ਤੂੰ ਇਸ ਸੰਸਾਰ ਦੇ ਵਿੱਚ ਵਸਿਆ ਹੋਇਆ ਹੈ। ਸਾਬਾਸ ਜੀਓ, ਆਪ ਜੀ ਧਨਤਾ ਦੇ ਯੋਗ ਹੋ, ਧਨਤਾ ਨੂੰ ਦੇਣ ਵਾਲੇ ਹੋ। ਧੰਨ ਧੰਨ ਉਹਨਾਂ ਗੁਰਸਿੱਖਾਂ ਦੇ ਭਾਗ ਨੇ ਜਿਹੜਾ ਪ੍ਰਮਾਤਮਾ ਸੰਸਾਰ ਵਿੱਚ ਵਸਿਆ ਹੋਇਆ ਹੈ, ਜਿਨ੍ਹਾਂ ਦੇ ਹਿਰਦੇ ਵਿੱਚ ਉਹ ਪ੍ਰਗਟ ਹੋ ਗਿਆ ਹੈ। ਮਹਾਰਾਜ ਕਹਿਣ ਲੱਗੇ ਉਹ ਜਿਹੜੇ ਗੁਰਮੁਖ ਨੇ ਉਹਨਾਂ ਗੁਰਮੁਖਾਂ ਨੂੰ ਸਾਬਾਸ ਕਹੀਏ ਭਾਈ, ਉਹ ਸਾਬਾਸ ਧਨਤਾ ਦੇ ਯੋਗ ਹਨ ਜਿਨ੍ਹਾਂ ਦੇ ਅੰਦਰ ਪ੍ਰਗਟ ਹੋ ਜਾਂਦਾ ਹੈ। ਪ੍ਰਮਾਤਮਾ ਤੂੰ ਆਪ ਵੀ ਧੰਨ ਧੰਨ ਹੈ ਜੋ ਸਾਰਿਆਂ ਦੇ ਉੱਪਰ ਬਖਸ਼ਿਸ਼ ਕਰਦਾ ਹੈ। ਭਾਣੇ ਤਖਤ ਵਡਾਈਆਂ, ਤੂੰ ਆਪਣੇ ਭਾਣੇ ਦੇ ਵਿੱਚ ਰਾਜ ਭਾਗ ਦੀਆਂ ਤਖਤ ਵਡਿਆਈਆਂ ਬਖਸ਼ਿਸ਼ ਕਰਦਾ। ਜਿਹਨੂੰ ਚਾਹਵੇ ਨਾ ਕੀੜਾ ਥਾਪ ਦੇ ਪਾਤਸ਼ਾਹੀ, ਜੇ ਤੂੰ ਚਾਹਵੇਂ ਜਿਹੜਾ ਕੀੜੇ ਦੇ ਵਾਂਗ ਬਿਲਕੁਲ ਕਮਜ਼ੋਰ ਹੈ, ਨਿਮਾਣਾ ਹੈ, ਨਤਾਣਾ ਹੈ, ਜਿਹਦੇ ਕੋਲ ਕੋਈ ਬਲ ਨਹੀਂ ਹੈ, ਕੋਈ ਤਾਕਤ ਨਹੀਂ ਹੈ, ਜੇ ਤੂੰ ਚਾਹਵੇਂ ਤੇ ਉਸ ਵਿਅਕਤੀ ਨੂੰ ਤਖਤ ਦੀ ਵਡਿਆਈ ਬਖਸ਼ਿਸ਼ ਕਰ ਸਕਦਾ। ਆਪਾਂ ਇਹ ਸਾਖੀ ਸਰਵਣ ਕੀਤੀ ਨਾ ਕਈ ਵਾਰੀ ਕਿ ਗੁਰੂ ਨਾਨਕ ਦੇ ਪਾਤਸ਼ਾਹ ਜੀਆਂ ਨੂੰ ਇੱਕ ਬਾਲਕ ਨੇ ਆਪਣੇ ਖੇਤ ਦੇ ਪੱਟ ਕੇ ਛੋਲੇ ਖਵਾ ਦਿੱਤੇ। ਜਦੋਂ ਉੱਠ ਕੇ ਘਰ ਨੂੰ ਜਾਣ ਲੱਗਾ, ਮਹਾਰਾਜ ਨੇ ਪੁੱਛਿਆ ਕਿੱਧਰ ਜਾ ਰਿਹਾ? ਕਹਿਣ ਲੱਗਾ ਜੀ ਘਰੋਂ ਪ੍ਰਸ਼ਾਦਾ ਲੈਣ ਚੱਲਿਆ ਤੁਹਾਡੇ ਵਾਸਤੇ। ਤੇ ਮਹਾਰਾਜ ਨੇ ਬਚਨ ਕਹਿ ਦਿੱਤਾ, ਕਹਿੰਦੇ ਸਫਰ ਸੱਥਰ ਤੇਰਾ ਲੇਫ ਨਿਹਾਲੀ, ਭਾਉ ਤੇਰਾ ਪਕਵਾਨ, ਨਾਨਕ ਸਿਫਤੀ ਰਜਿਆ ਆਓ ਬਹੁ ਸੁਲਤਾਨ। ਇਹ ਬਚਨ ਮਹਾਰਾਜ ਨੇ ਕਹਿ ਦਿੱਤੇ। ਇਹ ਸਾਖੀ ਬੜੀ ਲੰਮੀ ਹੈ ਪਰ ਆਪਾਂ ਅੱਗੇ ਸਰਵਣ ਕੀਤੀ ਕਈ ਵਾਰੀ, ਇਸ ਕਰਕੇ ਕੇਵਲ ਇਸ਼ਾਰਾ ਮਾਤਰ ਆਪਾਂ ਇਹ ਸਾਖੀ ਸਰਵਣ ਕੀਤੀ ਹੈ। ਮਹਾਰਾਜ ਕਹਿਣ ਲੱਗੇ ਜੇ ਤੂੰ ਚਾਹਵੇਂ ਤੇ ਤਖਤ ਦੀਆਂ ਵਡਿਆਈਆਂ ਮੰਗਤਿਆਂ ਨੂੰ ਬਖਸ਼ਿਸ਼ ਕਰ ਦਿੰਦਾ, ਗਰੀਬਾਂ ਨੂੰ ਤਖਤ 'ਤੇ ਬਿਠਾ ਦਿੰਦਾ ਹੈ। ਭਾਣੇ ਤਖਤ ਵਡਿਆਈਆਂ, ਤੇਰੇ ਭਾਣੇ ਵਿੱਚ ਤਖਤਾਂ ਦੀਆਂ ਰਾਜ ਭਾਗ ਦੀਆਂ ਵਡਿਆਈਆਂ ਪ੍ਰਾਪਤ ਹੁੰਦੀਆਂ ਹਨ। ਭਾਣੇ ਭੀਖ ਉਦਾਸ ਜੀਓ, ਤੇ ਤੇਰੇ ਭਾਣੇ ਵਿੱਚ ਹੀ ਕਹਿ ਲਈਏ ਜਿਹੜੇ ਸਾਧੂ ਨੇ ਨਾ ਉਦਾਸੀਨ ਹੋ ਕੇ, ਉਦਾਸ ਹੋ ਕੇ ਤੇ ਘਰ ਘਰ ਵਿੱਚ ਭਿਖਿਆ ਮੰਗਦੇ ਫਿਰਦੇ, ਤੇਰਾ ਭਾਣਾ ਹੀ ਹੈ। ਇੱਕ ਮੰਗਤੇ ਗਰੀਬ ਨੂੰ ਤੂੰ ਰਾਜ ਭਾਗ ਦਾ ਮਾਲਕ ਬਣਾ ਦਿੱਤਾ। ਇੱਕ ਉਹ ਵਿਅਕਤੀ ਹੈ ਜਿਹੜਾ ਘਰ ਘਰ ਦੇ ਵਿੱਚ ਜਾ ਕੇ ਪ੍ਰਸ਼ਾਦਾ ਮੰਗ ਕੇ ਛਕਦਾ ਪਿਆ। ਕਬਹੂ ਖਾਂਡ ਖੀਰ ਘਿਓ ਨਾ ਭਾਵੈ, ਕਬਹੂ ਘਰ ਘਰ ਟੂਕ ਮੰਗਾਵੈ। ਮਹਾਰਾਜ ਕਹਿਣ ਲੱਗੇ ਕਦੇ ਤੇ ਬਾਦਸ਼ਾਹ ਬਣ ਗਿਆ, ਖੰਡ ਦੇ ਘਿਓ ਦੇ ਮਹਿੰਗੇ ਚੰਗੇ ਸਵਾਦਿਸ਼ਟ ਭੋਜਨ ਵੀ ਕਹਿਣ ਲੱਗਾ ਚੰਗੇ ਨਹੀਂ ਲੱਗੇ ਮੈਨੂੰ, ਪਰ ਇਹ ਕਰ ਲਓ ਪਹਿਲਾਂ ਹੀ ਮੈਂ ਬੜਾ ਰੱਜਿਆ ਹੋਇਆ, ਬੜਾ ਛਕਿਆ ਹੋਇਆ। ਤੇ ਕਦੇ ਘਰ ਘਰ ਟੂਕ ਮੰਗਾਵੈ, ਪ੍ਰਸ਼ਾਦਾ ਛਕਣ ਵਾਸਤੇ ਕਈ ਘਰਾਂ ਦੇ ਅੱਗੇ ਜਾ ਕੇ ਹੱਥ ਅੱਡਦਾ ਮੈਨੂੰ ਰੋਟੀ ਦੇ ਦਿਓ ਖਾਣ ਵਾਸਤੇ। ਕਦੇ ਤੇ ਥਾਲੀ ਵਿੱਚ ਕਈ ਕਈ ਪਦਾਰਥ ਪਾ ਕੇ ਪਏ ਨੇ, ਉਹ ਵੀ ਚੰਗੇ ਨਹੀਂ ਲੱਗੇ, ਪਰੇ ਕਰ ਦਿੱਤੇ। ਕਦੇ ਇੱਕ ਬੁਰਕੀ ਵੀ ਨਸੀਬ ਨਹੀਂ ਹੁੰਦੀ, ਜੂਠ ਵਿੱਚ ਮੂੰਹ ਮਾਰਦਾ ਹੈ। ਮਹਾਰਾਜ ਕਹਿਣ ਲੱਗੇ ਕਬਹੂ ਪਾਟ ਸਪੇਦੀ ਸੁਆਵੈ, ਕਦੇ ਤੇ ਚਿੱਟੀ ਚਾਦਰ ਪਲੰਘ ਦੇ ਉੱਪਰ ਵਿਛੀ ਹੈ, ਚਿੱਟੇ ਸਰਾਣੇ ਨੇ, ਚਿੱਟੀਆਂ ਚਾਦਰਾਂ, ਮਖਮਲੀ ਗੱਦੇ ਨੇ। ਕਹਿਣ ਲੱਗਾ ਮੈਨੂੰ ਇਹਨਾਂ 'ਤੇ ਨੀਂਦ ਨਹੀਂ ਆਉਂਦੀ ਹੈ, ਮੈਂ ਅਜੇ ਆਰਾਮ ਨਹੀਂ ਕਰਨਾ, ਮੈਨੂੰ ਚੰਗੀਆਂ ਨਹੀਂ ਲੱਗਦੀਆਂ। ਮਹਾਰਾਜ ਕਹਿੰਦੇ ਪ੍ਰਮਾਤਮਾ ਦਾ ਕੋਈ ਪਤਾ ਨਹੀਂ, ਕਬਹੂ ਭੂਮ ਪਿਆਰ ਨਾ ਪਾਵੈ, ਕਦੇ ਉਹ ਸਮਾਂ ਆ ਜਾਂਦਾ ਧਰਤੀ 'ਤੇ ਮਿੱਟੀ 'ਤੇ ਲੇਟਣਾ ਪਵੇ ਤੇ ਚਾਰ ਕੱਖ ਪਰਾਲੀ ਦੇ ਵੀ ਨਹੀਂ ਮਿਲਦੇ, ਵੀ ਚਲੋ ਪਰਾਲੀ ਦੇ ਚਾਰ ਕੱਖ ਸੁੱਟ ਕੇ ਥੋੜ੍ਹਾ ਜਿਹਾ ਥਾਂ ਪੋਲਾ ਹੋ ਜਾਵੇ ਤੇ ਉਹ 'ਤੇ ਲੇਟ ਜਾਵਾਂ। ਕਦੇ ਤੇ ਚਿੱਟੇ ਮਖਮਲੀ ਗੱਦੇ ਨਹੀਂ ਪਸੰਦ ਆਏ, ਕਦੇ ਪੈਣ ਵਾਸਤੇ ਕਹਿ ਲਈਏ ਪਰਾਲੀ ਵੀ ਨਹੀਂ ਮਿਲਦੀ ਹੈ। ਕਬਹੂ ਤੁਰੇ ਤਰੰਗ ਨਚਾਵੈ, ਕਦੇ ਤੇ ਮਹਾਰਾਜ ਘੋੜੀਆਂ ਦਾ ਮਾਲਕ ਬਣਾ ਦਿੰਦਾ, ਘੋੜੀਆਂ 'ਤੇ ਚੜ੍ਹਦਾ ਤੇ ਘੋੜੀਆਂ ਨੱਚਦੀਆਂ ਜਾਂਦੀਆਂ,
ਲੋਕਾਂ ਨੂੰ ਵਿਖਾਉਂਦਾ ਮੇਰੀ ਘੋੜੀ ਬੜੇ ਮਹਿੰਗੇ ਮੁੱਲ ਵਾਲੀ ਹੈ, ਬੜਾ ਨੱਚਦੀ ਹੈ, ਮੇਲਿਆਂ 'ਤੇ ਲੈ ਕੇ ਜਾਂਦਾ ਹੈ, ਕਦੇ ਮਹਿੰਗੀਆਂ ਘੋੜੀਆਂ ਰੱਖਦਾ, ਮਹਿੰਗੀਆਂ ਗੱਡੀਆਂ ਰੱਖ ਲੈਂਦਾ ਹੈ। ਮਹਾਰਾਜ ਕਹਿਣ ਲੱਗੇ ਕਬਹੂ ਤੁਰੇ ਤਰੰਗ ਨਚਾਵੈ, ਕਬਹੂ ਪੈਰ ਪਨਿਹੁ ਨਾ ਪਾਵੈ। ਕਦੇ ਸਮਾਂ ਆ ਗਿਆ ਪੈਰ ਵਿੱਚ ਜੁੱਤੀ ਪਾਉਣ ਨੂੰ ਵੀ ਨਸੀਬ ਨਾ ਹੋਈ, ਨੰਗੇ ਪੈਰੀ ਤੁਰਿਆ ਫਿਰਦਾ, ਕੰਡੇ 'ਤੇ ਰੋਡ ਵੱਜਦੇ। ਕਦੇ ਸਮਾਂ ਸੀ ਘੋੜੀਆਂ ਤੇ ਗੱਡੀਆਂ ਪ੍ਰਾਪਤ ਹੁੰਦੀਆਂ, ਕਦੇ ਸਮਾਂ ਹੈ ਨੰਗੇ ਪੈਰੀ ਤੁਰਿਆ ਫਿਰਦਾ। ਰਾਮ ਰਾਖੇ ਤਿਉ ਰਹੀਐ ਰੇ ਭਾਈ। ਮਹਾਰਾਜ ਕਹਿੰਦੇ ਜਿਵੇਂ ਰੱਬ ਰੱਖੇ ਉਹਦੇ ਭਾਣੇ ਵਿੱਚ ਸ਼ੁਕਰ ਵਿੱਚ ਰਹਿਣਾ ਚਾਹੀਦਾ ਹੈ। ਉਹਦੇ ਭਾਣੇ ਦਾ ਕੋਈ ਪਤਾ ਨਹੀਂ ਉਹਨੇ ਕੀ ਕਰਨਾ ਹੈ। ਭਾਣੇ ਤਖਤ ਵਡਿਆਈਆਂ ਜੇ ਤੈਨੂੰ ਭਾ ਜਾਵੇ, ਰਾਜ ਭਾਗ ਬਖਸ਼ਿਸ਼ ਕਰਕੇ ਤਖਤ ਦੀ ਵਡਿਆਈ ਬਖਸ਼ਿਸ਼ ਕਰਦਾ ਹੈ। ਤੇ ਭਾਣੇ ਭੀਖ ਉਦਾਸ ਜਿਓ, ਤੇਰੇ ਭਾਣੇ ਵਿੱਚ ਹੀ ਕਈ ਵਾਰੀ ਮੰਗਤਾ ਬਣ ਕੇ ਘਰਾਂ ਘਰਾਂ ਵਿੱਚ ਭਿਖਿਆ ਵੀ ਮੰਗਣੀ ਪੈਂਦੀ ਹੈ। ਇਹ ਸਭ ਕੁਝ ਤੇਰਾ ਭਾਣਾ ਹੀ ਹੈ, ਇਹ ਸਭ ਕੁਝ ਤੇਰਾ ਹੁਕਮ ਹੀ ਹੈ। ਫਿਰ ਬਖਸ਼ਿਸ਼ ਕਰਦੇ ਹਨ। ਭਾਣੇ ਤਖਤ ਵਡਾਈਆਂ, ਭਾਣੇ ਭੀਖ ਉਦਾਸ ਜਿਓ। ਸਤਿਗੁਰੂ ਕਹਿਣ ਲੱਗੇ ਭਾਣੇ ਦੇ ਵਿੱਚ ਸਰੂਪ ਰੂਪੀ ਤਖਤ ਦੀਆਂ ਵਡਿਆਈਆਂ ਮਿਲਦੀਆਂ, ਸਰੂਪ ਦੀ ਪ੍ਰਾਪਤੀ, ਪਰਮਾਤਮਾ ਪ੍ਰਾਪਤ ਹੋ ਜਾਂਦਾ ਹੈ। ਇਹ ਵੀ ਉਹਦਾ ਭਾਣਾ ਹੀ ਹੈ। ਪਤਾ ਨਹੀਂ ਕਦੋਂ ਉਸਨੇ ਮਿਲ ਜਾਣਾ, ਕਦੋਂ ਉਹਨੇ ਦਇਆ ਕਰ ਦੇਣੀ, ਮਿਹਰ ਕਰ ਦੇਣੀ ਹੈ। ਤੇਰੇ ਭਾਣੇ ਵਿੱਚ ਹੀ ਤਖਤ ਦੀਆਂ ਵਡਿਆਈਆਂ, ਸਰੂਪ ਦੀਆਂ ਵਡਿਆਈਆਂ, ਸੱਚਖੰਡ ਦੀਆਂ ਵਡਿਆਈਆਂ, ਪਰਮਾਤਮਾ ਦੀ ਪ੍ਰਾਪਤੀ ਦੀਆਂ ਵਡਿਆਈਆਂ ਮਿਲਦੀਆਂ ਹਨ। ਭੀਖ ਉਦਾਸ ਜਿਓ। ਤੇ ਮਹਾਰਾਜ ਕਹਿਣ ਲੱਗੇ ਉਹਦੇ ਭਾਣੇ ਵਿੱਚ ਹੀ ਉਦਾਸੀਨ ਹੋ ਕੇ ਜਨਮਾਂ ਦੇ ਵਿੱਚ ਤੁਰਿਆ ਫਿਰਦਾ ਹੈ, ਜਨਮਾਂ ਰੂਪੀ ਭੀਖ ਮੰਗਦਾ ਪਿਆ। ਕਦੇ ਕਿਸੇ ਜੂਨੀ ਵਿੱਚ ਪੈ ਜਾਂਦਾ, ਕਦੇ ਕਿਸੇ ਜੂਨੀ ਵਿੱਚ ਪੈ ਜਾਂਦਾ ਹੈ। ਕਦੇ ਤੇ ਉਹਦੀ ਬਖਸ਼ਿਸ਼ ਹੈ, ਉਹ ਰਹਿਮਤ ਕਰਕੇ ਸਰੂਪ ਬਖਸ਼ਿਸ਼ ਕਰ ਦਿੰਦਾ, ਆਪਣੇ ਨਾਲ ਮਿਲਾ ਦਿੰਦਾ ਹੈ। ਤੇ ਕਿਸੇ ਨੂੰ ਆਪਣੇ ਭਾਣੇ ਵਿੱਚ ਵਾਰ-ਵਾਰ ਉਹ ਜਨਮਾਂ ਵਿੱਚ ਲੈ ਕੇ ਜਾਂਦਾ ਹੈ। ਕਦੇ ਕਿਸੇ ਜਨਮ ਵਿੱਚ ਜਾ ਕੇ ਮੰਗਦਾ ਪਿਆ, ਕਿਸੇ ਜਨਮ ਵਿੱਚ ਜਾ ਕੇ ਮੰਗਦਾ ਪਿਆ। ਐਸੀ ਇਹਦੀ ਹਾਲਤ ਹੈ। ਭਾਣੇ ਥਲ ਸਿਰ ਸਰਵ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਪਰਮਾਤਮਾ ਤੇਰਾ ਜਿਹੜਾ ਭਾਣਾ ਹੈ ਨਾ, ਹੁਕਮ ਦੇ ਵਿੱਚ ਕਈ ਵਾਰਾਂ ਜਿਹੜਾ ਥਲ ਹੈ, ਜਿਹਨੂੰ ਆਪਾਂ ਕਹਿ ਦਿੰਦੇ ਮਾਰੂ ਥਲ, ਰੇਤਾ ਟਿੱਬਾ, ਜਿੱਥੇ ਕਦੇ ਪਾਣੀ ਦੀ ਬੂੰਦ ਨਾ ਡਿੱਗੀ ਹੋਵੇ, ਜੇ ਤੂੰ ਚਾਹਵੇਂ ਤੇ ਉੱਥੇ ਸਰਵ ਹੈ, ਨਦੀਆਂ ਵਗਾ ਸਕਦਾ ਹੈ। ਜਿੱਥੇ ਕਦੇ ਪਾਣੀ ਨਹੀਂ ਨਾ ਗਿਆ, ਜੇ ਤੂੰ ਚਾਹਵੇਂ ਤੇ ਉੱਥੇ ਨਦੀਆਂ ਵਹਿ ਜਾਂਦੀਆਂ ਪਾਣੀ ਦੀ। ਰਾਜਸਥਾਨ ਵਾਲੇ ਕਹਿ ਰਹੇ ਨਾ, ਕਹਿੰਦੇ 100 ਸਾਲ ਹੋ ਗਿਆ ਜਿਨ੍ਹਾਂ ਇਲਾਕਿਆਂ ਵਿੱਚ ਕਦੇ ਮੀਂਹ ਨਹੀਂ ਪਿਆ ਕਿ ਉੱਥੇ ਵੀ ਪੈ ਗਿਆ ਹੈ। ਨਿਊਜ਼ ਦੀਆਂ ਖਬਰਾਂ ਜਿਹੜੀਆਂ ਆਉਂਦੀਆਂ, ਨਿਊਜ਼ ਦੇ ਵਿੱਚ ਆਉਂਦਾ ਪਿਆ। ਮਹਾਰਾਜ ਕਹਿਣ ਲੱਗੇ ਪ੍ਰਮਾਤਮਾ ਤੇਰੇ ਭਾਣੇ ਦਾ ਕੋਈ ਪਤਾ ਨਹੀਂ, ਤੂੰ ਚਾਹਵੇਂ ਜਿਹੜੇ ਰੇਗਿਸਤਾਨ ਨੇ, ਮਾਰੂਥਾਲ ਨੇ, ਜਿੱਥੇ ਕਦੇ ਪਾਣੀ ਦੀ ਬੂੰਦ ਕਿਸੇ ਨੇ ਵੇਖੀ ਨਹੀਂ, ਸੁਣੀ ਨਹੀਂ ਪੀੜ੍ਹੀਆਂ ਤੱਕ, ਜੇ ਤੂੰ ਚਾਹਵੇਂ ਤੇ ਉੱਥੇ ਨਦੀਆਂ ਵਗਾ ਸਕਦਾ, ਨਦੀਆਂ ਵਹਿਣ ਲੱਗ ਪੈਂਦੀਆਂ। ਜਲ ਤੇ ਥਲ ਕਰ, ਥਲ ਤੇ ਕੂਆ, ਕੂਪ ਤੇ ਮੇਰ ਕਰਾਵੈ, ਧਰਤੀ ਤੇ ਆਕਾਸ਼ ਚੜਾਵੈ, ਚੜੇ ਆਕਾਸ਼ ਗਰਾਵੇ। ਜੇ ਤੂੰ ਚਾਹਵੇਂ ਨਾ ਜਲ ਤੇ ਥਲ ਕਰ, ਜਿੱਥੇ ਪਹਿਲਾਂ ਪਾਣੀ ਹੈ ਨਾ, ਭਰਿਆ ਹੋਇਆ ਤਲਾਬ ਹੈ, ਤੂੰ ਚਾਹਵੇਂ ਤੇ ਉੱਥੇ ਥਲ, ਮਾਰੂ ਥਲ ਬਣਾ ਸਕਦਾ, ਟਿੱਬਾ ਬਣਾ ਸਕਦਾ, ਜਿੱਥੇ ਕਦੇ ਪਾਣੀ ਪਹੁੰਚੇ ਹੀ ਨਾ। ਜਲ ਤੇ ਥਲ ਕਰ, ਪਾਣੀ ਤੋਂ ਟਿੱਬਾ ਬਣਾ ਸਕਦਾ ਹੈ। ਥਲ ਤੇ ਕੂਆ, ਜਿੱਥੇ ਪਹਿਲਾਂ ਹੀ ਟਿੱਬੇ ਬਣੇ ਹੋਏ, ਰਾਜਸਥਾਨ ਵਰਗੇ ਇਲਾਕੇ ਜਿਹੜੇ ਨੇ, ਜੇ ਤੂੰ ਚਾਹਵੇਂ ਤੇ ਉੱਥੇ ਪਾਣੀ ਦੇ ਖੂਹ ਪੈਦਾ ਕਰ ਸਕਦਾ। ਥਲ ਤੇ ਕੂਆ, ਕੂਪ ਤੇ ਮੇਰ ਕਰਾਵਾਂ, ਜਿੱਥੇ ਪਹਿਲਾਂ ਖੂਹ ਚੱਲਦਾ ਪਿਆ ਪਾਣੀ ਦਾ, ਜੇ ਤੂੰ ਪ੍ਰਮਾਤਮਾ ਚਾਹਵੇਂ ਤੇ ਉੱਥੇ ਸਮੇਰ ਪਰਬਤ ਵੀ ਬਣ ਸਕਦਾ। ਖੂਹ ਨੀਵਾਂ ਨਾ, ਡੂੰਘਾ ਟੋਇਆ, ਚਾਹਵੇਂ ਤੇ ਡੂੰਘੇ ਟੋਇਆਂ ਦੇ ਥਾਂ ਤੇ ਵੱਡੇ ਵੱਡੇ ਉੱਚੇ ਉੱਚੇ ਪਰਬਤ ਪਹਾੜ ਬਣ ਸਕਦੇ ਨੇ, ਤੇਰੀ ਮਰਜ਼ੀ ਹੈ। ਜਲ ਤੇ ਥਲ ਕਰ, ਥਲ ਤੇ ਕੂਆ, ਕੂਪ ਤੇ ਮੇਰ ਕਰਾਵੈ, ਧਰਤੀ ਤੇ ਆਕਾਸ਼ ਚੜਾਵੈ। ਤੇਰੇ ਵਿੱਚ ਇੰਨੀ ਸਮਰੱਥਾ, ਧਰਤੀ ਵਿੱਚ ਰਹਿਣ ਵਾਲਿਆਂ ਨੂੰ ਆਕਾਸ਼ ਦਾ ਸਫ਼ਰ ਕਰਾ ਦੇਣਾ, ਆਕਾਸ਼ ਦੀ ਨਿਆਈ ਉੱਚੇ ਕਰ ਦੇਣਾ, ਵੱਡੇ ਕਰ ਦੇਣਾ। ਤੇ ਜੇ ਤੂੰ ਚਾਹਵੇਂ ਚੜੇ ਆਕਾਸ਼ ਗਰਾਵੈ, ਜਿਹੜੇ ਪਹਿਲਾਂ ਹੀ ਉੱਚੇ ਉੱਡਦੇ ਪਏ, ਉੱਚੀਆਂ ਉੱਚੀਆਂ ਵਸਤੂਆਂ ਨੂੰ ਪ੍ਰਾਪਤ ਨੇ, ਉਹਨਾਂ ਨੂੰ ਥੱਲੇ ਧਰਤੀ ਵਿੱਚ ਵੀ ਸੁੱਟ ਦਿੰਦਾ। ਜਾਂ ਕਹਿ ਲਈਏ ਜਿਹੜੇ ਆਕਾਸ਼ ਕਈ ਸਵਰਗਾਂ ਵਿੱਚ ਚੜੇ ਹੋਏ ਨੇ, ਕਿ ਮੈਂ ਸਵਰਗਾਂ ਦਾ ਰਾਜਾ ਹਾਂ, ਮੈਂ ਸਵਰਗਾਂ ਦੇ ਦੇਵਤਿਆਂ ਦਾ ਗੁਰੂ ਹਾਂ,
ਕਹਿਣ ਲੱਗੇ ਜੇ ਤੂੰ ਚਾਹਵੇਂ ਨਾ ਤੇ ਉਹਨਾਂ ਨੂੰ ਥੱਲੇ ਧਰਤੀ ਤੇ ਵੀ ਸੁੱਟ ਸਕਦਾ, ਜਨਮਾਂ ਵਿੱਚ ਵੀ ਪਾ ਸਕਦਾ ਹੈ। ਇਹ ਤੇਰੀ ਵਡਿਆਈ ਹੈ। ਭਾਣੇ ਥਲ ਸਿਰ ਸਰ ਵਹਿ, ਤੇਰੇ ਭਾਣੇ ਦੇ ਵਿੱਚ ਜਿਹੜੇ ਮਾਰੂ ਥਲ ਨੇ ਉਹਨਾਂ ਦੇ ਉੱਪਰ ਨਦੀਆਂ ਵਹਿਣ ਲੱਗ ਪੈਂਦੀਆਂ ਹਨ। ਕਮਲ ਫੁਲਾਏ ਆਕਾਸ਼ ਜਿਉ, ਜੇ ਤੇਰਾ ਭਾਣਾ ਹੋਵੇ ਨਾ, ਦੁਨੀਆ ਦੇ ਲੋਕ ਆਖਦੇ ਕਮਲ ਦਾ ਫੁੱਲ ਪਾਣੀ ਵਿੱਚ ਪੈਦਾ ਹੁੰਦਾ, ਪਾਣੀ ਵਿੱਚ ਖਿੜਦਾ ਹੈ। ਪਰਮਾਤਮਾ ਜੇ ਤੂੰ ਚਾਹਵੇਂ ਨਾ ਤੇ ਕਮਲ ਦਾ ਫੁੱਲ ਆਕਾਸ਼ ਵਿੱਚ ਵੀ ਖਿੜ ਸਕਦਾ ਹੈ। ਜਿੱਥੇ ਕੋਈ ਜੜ ਨਾ ਹੋਵੇ, ਕੋਈ ਤਣਾ ਨਾ ਹੋਵੇ, ਕੋਈ ਪਾਣੀ ਨਾ ਹੋਵੇ, ਤੇਰੀ ਬਖਸ਼ਿਸ਼ ਬੜੀ ਵੱਡੀ ਹੈ। ਤੂੰ ਚਾਹਵੇਂ ਕਿ ਉਹ ਕਮਲ ਦਾ ਫੁੱਲ ਆਕਾਸ਼ ਦੇ ਵਿੱਚ ਵੀ ਖੜਾ ਸਕਦਾ ਹੈ, ਉੱਥੇ ਵੀ ਖਿੜ ਪਵੇਗਾ। ਪਰ ਜੇ ਤੂੰ ਚਾਹਵੇਂ, ਜੇ ਤੇਰਾ ਭਾਣਾ ਹੋਵੇ, ਤੂੰ ਐਸੀ ਸਮਰੱਥਾ ਦਾ ਮਾਲਕ ਹੈ। ਕਈ ਵਾਰੀ ਆਪਾਂ ਆਖਦੇ ਨਾ ਰੱਬ ਕੀ ਕਰ ਸਕਦਾ ਹੈ, ਰੱਬ ਕੋਲ ਕਿੰਨੀ ਕੁ ਤਾਕਤ ਹੈ। ਮਹਾਰਾਜ ਕਹਿਣ ਲੱਗੇ ਰੱਬ ਦੀ ਤਾਕਤ ਹੈ, ਉਹ ਪਾਣੀ ਵਿੱਚ ਪੈਦਾ ਹੋਣ ਵਾਲੇ ਕਮਲ ਫੁੱਲ ਨੂੰ ਆਕਾਸ਼ ਦੇ ਵਿੱਚ ਵੀ ਖਿੜਨ ਵਾਸਤੇ ਤਾਕਤ ਬਖਸ਼ਿਸ਼ ਕਰ ਦਿੰਦਾ ਹੈ। ਐਸੀ ਸਮਰੱਥਾ ਹੈ, ਫਿਰ ਬਖਸ਼ਿਸ਼ ਕਰਦੇ ਹਨ। ਭਾਣੇ ਥਲ ਸਿਰ ਸਰ ਵਹਿ, ਮਹਾਰਾਜ ਕਹਿਣ ਲੱਗੇ ਤੇਰੇ ਭਾਣੇ ਵਿੱਚ ਜਿਨ੍ਹਾਂ ਦੇ ਹਿਰਦੇ ਨੇ ਖੁਸ਼ਕ ਮਾਰੂ ਥਲ, ਜਿਨ੍ਹਾਂ ਦੇ ਹਿਰਦੇ ਵਿੱਚ ਕਦੇ ਪ੍ਰੇਮ ਨਹੀਂ ਪੈਦਾ ਹੋਇਆ, ਜਿਨ੍ਹਾਂ ਦੇ ਹਿਰਦੇ ਵਿੱਚ ਕਦੇ ਸ਼ਰਧਾ ਨਹੀਂ ਪੈਦਾ ਹੋਈ, ਜਿਨ੍ਹਾਂ ਦੇ ਹਿਰਦੇ ਵਿੱਚ ਕਦੇ ਭਾਵਨਾ ਨਹੀਂ ਪੈਦਾ ਹੋਈ, ਕਦੇ ਭਰੋਸਾ ਨਹੀਂ ਪੈਦਾ ਹੋਇਆ, ਜਿਨ੍ਹਾਂ ਨੇ ਹਿਰਦੇ ਕਰਕੇ ਕਦੇ ਗੁਰੂ ਨੂੰ ਨਹੀਂ ਜਪਿਆ, ਐਸੇ ਜਿਹੜੇ ਖੁਸ਼ਕ ਹੋ ਚੁੱਕੇ ਨੇ, ਹਰ ਵੇਲੇ ਰੱਬ ਦੀ ਨਿੰਦਿਆ ਹੀ ਕਰਦੇ, ਮਾੜਾ ਹੀ ਕਹਿੰਦੇ ਰੱਬ ਬੜਾ ਮਾੜਾ ਹੈ, ਹਰ ਵੇਲੇ ਮਾੜਾ ਬੋਲਣ ਵਾਲੇ, ਪਰਮਾਤਮਾ ਜੇ ਤੂੰ ਚਾਹਵੇਂ ਨਾ ਤੇ ਉਹਨਾਂ ਦੇ ਹਿਰਦੇ ਵਿੱਚ ਪ੍ਰੇਮ ਦੀਆਂ ਨਦੀਆਂ ਵਗਾ ਸਕਦਾ ਹੈ। ਉਹਨਾਂ ਦੇ ਹਿਰਦੇ ਵਿੱਚ ਪ੍ਰੇਮ, ਸ਼ਰਧਾ, ਭਰੋਸਾ, ਭਾਵਨਾ, ਬੰਦਗੀ, ਇਹ ਸਭ ਕੁਝ ਪੈਦਾ ਕਰ ਸਕਦਾ। ਤੇਰੀ ਮੌਜ ਦਾ ਕੋਈ ਪਤਾ ਨਹੀਂ। ਤੇ ਆਪਾਂ ਕਈ ਵਾਰੀ ਵੇਖਦੇ ਨਾ, ਕੁਝ ਬੰਦੇ ਉਹ ਹੁੰਦੇ ਸਾਰੀ ਉਮਰ ਰੱਬ ਨੂੰ ਗਾਲਾਂ ਦਿੰਦੇ, ਮਾੜਾ ਬੋਲਦੇ, ਤਰਕਾਂ ਕੁਤਰਕਾਂ ਕਰਦੇ, ਤੇ ਫਿਰ ਕਈ ਵਾਰੀ ਉਹ ਬੜੇ ਗੁਰਮੁਖ ਬਣੇ ਵੇਖੇ, ਰੱਬ ਦਾ ਸ਼ੁਕਰ ਕਰਦੇ ਵੇਖੇ, ਰੱਬ ਦੀ ਬੰਦਗੀ ਕਰਦੇ ਵੇਖੇ। ਸਤਿਗੁਰੂ ਕਹਿਣ ਲੱਗੇ ਪਰਮਾਤਮਾ ਤੇਰੇ ਭਾਣੇ ਦੀ ਤੇਰੀ ਮੌਜ ਹੈ। ਜੇ ਤੂੰ ਚਾਹਵੇਂ, ਜਿਹੜੇ ਨਿਰਦਈ ਨੇ, ਪਾਪੀ ਨੇ, ਖੁਸ਼ਕ ਨੇ, ਉਹਨਾਂ ਦੇ ਅੰਦਰ ਵੀ ਪ੍ਰੇਮ ਦੀਆਂ ਨਹਿਰਾਂ ਚਲਾ ਦਿੰਦਾ ਹੈ। ਤੇ ਸਾਡੇ ਸਾਹਮਣੇ ਸਾਖੀ ਆ ਜਾਂਦੀ ਹੈ ਨਾ ਭਾਈ ਸਤਨਾ ਜੀ ਦੀ। ਭਾਈ ਸਤਨਾ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ, ਪਰ ਵਿਦਵਾਨ ਕਹਿੰਦੇ ਵੀ ਉਹ ਪਹਿਲਾਂ ਕਸਾਈ ਦਾ ਕੰਮ ਕਰਦਾ ਹੈ, ਜੀਵਾਂ ਨੂੰ ਮਾਰ ਕੇ ਵੱਢ ਕੇ ਉਹਨਾਂ ਦਾ ਮਾਸ ਵੇਚਦਾ। ਕਿੰਨਾ ਨਿਰਦਈ ਹੈ, ਕਿੰਨੇ ਜੀਵ ਮਾਰੇ, ਕਦੇ ਦਇਆ ਨਹੀਂ ਆਈ। ਪਰ ਜੇ ਪਰਮਾਤਮਾ ਨੇ ਚਾਹਿਆ ਨਾ, ਉਹਨੂੰ ਇਹੋ ਜਿਹਾ ਭਗਤ ਬਣਾ ਦਿੱਤਾ, ਇਹੋ ਜਿਹਾ ਗੁਰਮੁਖ ਬਣਾ ਦਿੱਤਾ, ਇਹੋ ਜਿਹਾ ਦਿਆਲੂ ਤੇ ਕਿਰਪਾਲੂ ਬਣਾ ਦਿੱਤਾ, ਉਹਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਗਿਆ। ਪਰਮਾਤਮਾ ਤੇਰੀ ਮੌਜ ਹੈ ਨਾ, ਕਦੇ ਤੂੰ ਉਸ ਨੂੰ ਝਟਕਾਈ ਬਣਾ ਦਿੰਦਾ, ਕਸਾਈ ਬਣਾ ਦਿੰਦਾ, ਬੱਕਰੀਆਂ ਬੱਕਰੇ ਮੁਰਗੇ ਵੱਢਣ ਵਾਲਾ, ਤੇ ਕਦੇ ਉਹਦੇ ਉੱਪਰ ਹੀ ਕਿਰਪਾ ਕਰਕੇ ਉਹਨੂੰ ਰੱਬ ਦਾ ਭਗਤ ਬਣਾ ਦਿੰਦਾ ਹੈ। ਇਹ ਤੇਰੀ ਮੌਜ ਹੈ। ਜੰਗਲ ਦੇ ਵਿੱਚ ਲਖੂ ਨਾਮ ਦਾ ਧਾੜਵੀ ਡਾਕਾ ਮਾਰਦਾ, ਦੁਨੀਆ ਨੂੰ ਲੁੱਟਦਾ ਹੈ। ਇੱਕ ਦਿਨ ਕਹਿਣ ਲੱਗੇ ਕੋਈ ਮੇਲ ਤੁਰਿਆ ਜਾਂਦਾ ਤੇ ਇਹਨੇ ਮੇਲ ਨੂੰ ਆਖਿਆ, ਕਹਿਣ ਲੱਗਾ ਕੱਪੜੇ ਗਹਿਣੇ ਲਾ ਕੇ ਤੇ ਇੱਥੇ ਰੱਖ ਦਿਓ, ਨਹੀਂ ਤੇ ਮੈਂ ਸਾਰਿਆਂ ਨੂੰ ਕਤਲ ਕਰ ਦਿਆਂਗਾ। ਤੇ ਬਚਨ ਆਉਂਦਾ ਵੀ ਜਿਹੜੇ ਗਹਿਣੇ ਸਨ ਉਹਨਾਂ ਬੀਬੀਆਂ ਦੇ ਕੋਲ ਉਹਨਾਂ ਨੇ ਉਤਾਰ ਕੇ ਰੱਖ ਦਿੱਤੇ। ਇਹਨੇ ਆਖਿਆ ਵੀ ਆਪਣੇ ਗਲ ਦੇ ਕੱਪੜੇ ਵੀ ਉਤਾਰ ਕੇ ਰੱਖੋ, ਨਹੀਂ ਤੇ ਮੈਂ ਕਤਲ ਕਰ ਦਿਆਂਗਾ। ਉਹਨਾਂ ਵਿਚਾਰੀਆਂ ਬੀਬੀਆਂ ਨੇ ਝਾੜੀਆਂ ਦੇ ਉਹਲੇ ਕਿਤੇ ਲੋਕੇ ਬੈਠ ਕੇ ਆਪਣੇ ਤਨ ਦੇ ਕੱਪੜੇ ਲਾ ਕੇ ਵੀ ਸੁੱਟ ਦਿੱਤੇ। ਪਰ ਜਦੋਂ ਭਾਈ ਅਦਲੀ ਜੀ ਦੀ ਸੰਗਤ ਵਿੱਚ ਆਏ ਨਾ, ਉਹਨੇ ਆਖਿਆ ਵੀ ਇਹ ਪਾਪ ਕੀਤਾ ਤੂੰ। ਫਿਰ ਇਹੋ ਜਿਹਾ ਗੁਰਮੁਖ ਬਣਿਆ, ਜਿਨ੍ਹਾਂ ਦੇ ਕੱਪੜੇ ਉਤਰਵਾਏ ਸਨ ਉਹਨਾਂ ਨੂੰ ਕੱਪੜੇ ਦੇ ਕੇ ਮਾਫੀ ਮੰਗੀ। ਇਹੋ ਜਿਹੀ ਭਗਤੀ ਕੀਤੀ, ਬੰਦਗੀ ਕੀਤੀ ਕਿ ਹੁਣ ਜਪਜੀ ਸਾਹਿਬ ਦੇ ਪਾਠ ਤੋਂ ਬਿਨਾਂ ਰਹਿ ਨਹੀਂ ਸਕਦਾ ਹੈ। ਪ੍ਰਤਾਪ ਫੈਲ ਗਿਆ ਇਲਾਕੇ ਦੇ ਵਿੱਚ ਵੀ ਭਾਈ ਲਖੀਆ ਜੀ ਨੂੰ ਬੁਲਾਓ, ਉਹਨਾਂ ਕੋਲੋਂ ਅਰਦਾਸ ਕਰਾਓ, ਜਿਹੜੀ ਅਰਦਾਸ ਕਰ ਦੇਣਗੇ ਉਹ ਪੂਰੀ ਹੋਵੇਗੀ। ਗੁਰਮੁਖੋ ਕਿਤੇ ਤੇ ਉਹ ਬੰਦਾ ਐਸਾ ਸੀ ਜਿਹੜਾ ਜੰਗਲ ਵਿੱਚ ਡਾਕਾ ਮਾਰਦਾ ਸੀ, ਲੋਕਾਂ ਦੇ ਤਣ ਦੇ ਕੱਪੜੇ ਵੀ ਲੁਹਾ ਲੈਂਦਾ ਸੀ ਵੀ ਲਾਹ ਦਿਓ ਨਹੀਂ ਤੇ ਕਤਲ ਕਰ ਦਿਆਂਗਾ। ਤੇ ਕਈ ਕੀਤੇ ਵੀ ਹੋਣਗੇ। ਤੇ ਕਿਤੇ ਉਹ ਇਸ ਤਰ੍ਹਾਂ ਦਾ ਜੀਵਨ ਫਿਰਿਆ ਵੀ ਉਹ ਜਪਜੀ ਸਾਹਿਬ ਦੇ ਪਾਠ ਤੋਂ ਬਿਨਾਂ ਰਹਿ ਹੀ ਨਹੀਂ ਸਕਦਾ ਹੈ। ਸੁੱਤਿਆਂ ਜਾਗਦਿਆਂ ਹਰ ਵੇਲੇ ਜਪਜੀ ਸਾਹਿਬ ਪੜ੍ਹਦਾ ਪਿਆ।
ਤੇ ਉਹਦੀ ਜ਼ੁਬਾਨ ਦੇ ਜਿਹੜੇ ਬਚਨ ਨੇ ਉਹ ਪੂਰੇ ਹੋਣ ਲੱਗ ਪਏ। ਇਹ ਪ੍ਰਮਾਤਮਾ ਦੀ ਮੌਜ ਹੈ। ਸਤਿਗੁਰੂ ਕਹਿਣ ਲੱਗੇ ਭਾਣੇ ਥਲ ਸਰ ਸਰਵਰ ਹੈ। ਜੇ ਤੂੰ ਚਾਹਵੇਂ ਨਾ ਪ੍ਰਮਾਤਮਾ, ਜਿਨ੍ਹਾਂ ਦੇ ਹਿਰਦੇ ਖੁਸ਼ਕ ਹੋ ਚੁੱਕੇ ਨੇ, ਭਗਤ ਸਦਨੇ ਦੇ ਵਾਂਗ ਜਿਹੜੇ ਕਸਾਈ ਨੇ, ਉੱਥੇ ਵੀ ਤੂੰ ਪ੍ਰੇਮ ਦੀਆਂ ਨਦੀਆਂ ਵਗਾ ਦਿੰਦਾ। ਜਿਨ੍ਹਾਂ ਦੇ ਹਿਰਦੇ ਲਖੂ ਧਾੜ ਵੀ ਡਾਕੂ ਵਰਗੇ ਹੋਏ ਨੇ, ਲੋਕਾਂ ਦੇ ਤਣ ਦੇ ਕੱਪੜੇ ਵੀ ਲੁਹਾ ਲੈਂਦਾ ਹੈ, ਜੇ ਤੂੰ ਚਾਹਵੇਂ ਤੇ ਉੱਥੇ ਵੀ ਜਪਜੀ ਸਾਹਿਬ ਦਾ ਪਾਠ ਨਿਰੰਤਰ ਚੱਲਦਾ ਹੈ। ਐਸੀਆਂ ਪ੍ਰੇਮ ਦੀਆਂ ਨਦੀਆਂ ਵਗਾ ਦਿੰਦਾ ਹੈ। ਐਸੀ ਤੂੰ ਬਖਸ਼ਿਸ਼ ਕਰ ਸਕਦਾ ਹੈ। ਇਸ ਤਰ੍ਹਾਂ ਦੇ ਜੀਵਨ ਤੂੰ ਬਦਲ ਦਿੰਦਾ ਹੈ। ਕਮਲ ਫੁਲਾਏ ਆਕਾਸ਼ ਜੀਓ। ਤੇ ਪਾਤਸ਼ਾਹ ਕਹਿਣ ਲੱਗੇ ਹਿਰਦੇ ਰੂਪੀ ਆਕਾਸ਼ ਦੇ ਵਿੱਚ ਸ਼ੁਭ ਗੁਣਾਂ ਦੇ ਕਮਲ ਖਿੜ ਜਾਂਦੇ। ਜਿਵੇਂ ਸਾਡਾ ਹਿਰਦਾ ਹੈ ਨਾ ਵੀ ਗੁਰਮੁਖੋ ਆਕਾਸ਼ ਦੀ ਨਿਆਈ ਹੈ, ਤੇ ਕਹਿਣ ਲੱਗੇ ਵੀ ਇਹਦੇ ਵਿੱਚ ਸ਼ੁਭ ਗੁਣਾਂ ਦੇ ਜਿਹੜੇ ਕਮਲ ਫੁੱਲ ਨੇ, ਕਮਲ ਫੁੱਲ ਤੋਂ ਲੈ ਲੈਣਾ ਸ਼ੁਭ ਗੁਣ, ਚੰਗੇ ਗੁਣ। ਕਿੱਥੇ ਤੇ ਪਹਿਲਾਂ ਮਾੜੇ ਅਵਗੁਣ ਸਨ, ਹੁਣ ਸ਼ੁਭ ਗੁਣ ਪ੍ਰਾਪਤ ਹੋ ਗਏ। ਐਸੀਆਂ ਦਾਤਾਂ ਬਖਸ਼ਿਸ਼ ਪ੍ਰਾਪਤ ਹੁੰਦੀ ਹੈ। ਐਸੀਆਂ ਦਾਤਾਂ ਨੂੰ ਆਪ ਦੀ ਦੇਣ ਵਾਲੇ ਹੋ। ਹਿੰਦੂ ਧਰਮ ਦੇ ਵਿੱਚ ਇੱਕ ਵਿਸ਼ਿਸ਼ਟ ਪੁਰਾਣ ਨਾਮ ਦਾ ਗ੍ਰੰਥ ਹੈ। 18 ਪੁਰਾਣ ਨੇ। 18 ਪੁਰਾਣਾਂ ਦੇ ਵਿੱਚੋਂ ਇੱਕ ਪੁਰਾਣ ਦਾ ਨਾਮ ਹੈ ਵਿਸ਼ਿਸ਼ਟ ਪੁਰਾਣ। ਉਹਦੇ ਵਿੱਚ ਲਿਖਿਆ ਹੈ ਵੀ ਜਿਹੜੇ ਵਿਸ਼ਿਸ਼ਟ ਜੀ ਨੇ ਨਾ, ਦੇਵਤਿਆਂ ਦੇ ਗੁਰੂ, ਉਹ ਆਕਾਸ਼ ਦੇ ਵਿੱਚ ਕੁਟੀਆ ਬਣਾ ਕੇ ਰਹਿੰਦੇ। ਉਹਨਾਂ ਦੀ ਕੁਟੀਆ ਆਕਾਸ਼ ਵਿੱਚ ਹੀ ਬਣੀ ਹੋਈ ਹੈ, ਉਹਦੇ ਵਿੱਚ ਉਹ ਰਹਿੰਦੇ ਨੇ। ਤੇ ਉਹਨਾਂ ਦੀ ਕੁਟੀਆ ਦੇ 4 ਚੁਫੇਰੇ ਕਮਲ ਫੁੱਲਾਂ ਦੀ ਬਗੀਚੀ ਹੈ। ਹਿੰਦੂ ਧਾਰਮਿਕ ਗ੍ਰੰਥ, ਹਿੰਦੂ ਧਰਮ ਦਾ ਗ੍ਰੰਥ ਹੈ ਵਿਸ਼ਿਸ਼ਟ ਪੁਰਾਣ। ਇਹ ਉਹਦੇ ਵਿੱਚ ਜ਼ਿਕਰ ਹੈ ਕਿ ਵਿਸ਼ਿਸ਼ਟ ਜੀ ਆਕਾਸ਼ ਦੇ ਵਿੱਚ ਕੁਟੀਆ ਬਣਾ ਕੇ ਰਹਿੰਦੇ, ਤੇ ਕਮਲ ਦੇ ਫੁੱਲਾਂ ਦੀ ਬਗੀਚੀ ਉਹਨਾਂ ਦੀ ਕੁਟੀਆ ਦੇ 4 ਚੁਫੇਰੇ ਹੈ। ਮਹਾਰਾਜ ਕਹਿਣ ਲੱਗੇ ਪ੍ਰਮਾਤਮਾ ਤੇਰੇ ਭਾਣੇ ਦਾ, ਤੇਰੀ ਮੌਜ ਦਾ ਕੋਈ ਪਤਾ ਨਹੀਂ ਹੈ, ਤੂੰ ਕਿੱਥੇ ਕੀ ਕਰ ਦੇਣਾ ਹੈ। ਭਾਣਾ ਭਵ ਜਲ ਲੰਘੀਐ। ਜੇ ਤੇਰਾ ਭਾਣਾ ਹੋਵੇ ਤੇ ਸੰਸਾਰ ਤੋਂ ਛਾਲ ਮਾਰ ਕੇ ਲੰਘ ਜਾਈਦਾ। ਜਿਵੇਂ ਕੋਈ ਨਿੱਕਾ ਜਿਹਾ ਪਾਣੀ ਦਾ ਖਾਲ ਹੋਵੇ ਨਾ, ਤੇ ਆਪਾਂ ਨਿੱਕੀ ਜਿਹੀ ਛਾਲ ਮਾਰੀਏ ਤੇ ਉਹ ਲੰਘ ਜਾਈਦਾ ਮਿੰਟੋ ਮਿੰਟ। ਮਹਾਰਾਜ ਜੇ ਤੇਰਾ ਭਾਣਾ ਹੋਵੇ, ਸੰਸਾਰ ਵੀ ਉਹਨਾਂ ਵਾਸਤੇ ਨਿੱਕਾ ਜਿਹਾ ਇੱਕ ਖਾਲਾ ਹੀ ਹੈ। ਉਹ ਝਾਟੀ ਬੰਦਗੀ ਵਾਲੇ ਛਾਲ ਮਾਰ ਕੇ ਸੰਸਾਰ ਤੋਂ ਲੰਘ ਜਾਂਦੇ ਹਨ। ਭਾਣੇ ਮੰਝ ਭਰਿਆ ਜੀਓ। ਪਰ ਪ੍ਰਮਾਤਮਾ ਜੇ ਤੇਰਾ ਭਾਣਾ ਹੋ ਜਾਵੇ, ਭਰੀਆਸ, ਇਹ ਜੀਵ ਪਾਪਾਂ ਕਰਕੇ ਭਰ ਜਾਂਦਾ ਹੈ, ਤੇ ਮੰਝ ਕਹੀਏ ਫਿਰ ਵਿੱਚ ਹੀ ਡੁੱਬ ਜਾਂਦਾ ਹੈ, ਫਿਰ ਪਾਰ ਵੀ ਨਹੀਂ ਹੋਇਆ ਜਾਂਦਾ। ਪਾਣੀ ਦੀ ਆੜ ਤੇ ਭਾਵੇਂ ਨਿੱਕੀ ਜੀ ਹੈ, ਪਰ ਖਾਲੀ ਬੰਦਾ ਤੇ ਛਾਲ ਮਾਰ ਕੇ ਲੰਘਿਆ। ਮੰਨ ਲਓ ਵੱਡੀ ਭਾਰੀ ਪੰਡ ਸਿਰ ਤੇ ਚੁੱਕੀ ਹੋਵੇ, ਫਿਰ ਉਹ ਨਿੱਕਾ ਜਿਹਾ ਖਾਲਾ ਲੰਘਣਾ ਵੀ ਬੜਾ ਔਖਾ, ਆੜ ਲੰਘਣੀ ਬੜੀ ਔਖੀ ਹੈ, ਵਿੱਚ ਹੀ ਉਹਦੇ ਡਿੱਗ ਪੈਂਦਾ ਹੈ। ਕਹਿਣ ਲੱਗੇ ਜਿਹੜੇ ਗੁਰਮੁਖ ਨੇ, ਜਿਨ੍ਹਾਂ ਨੇ ਬੰਦਗੀ ਕੀਤੀ ਹੈ, ਉਹ ਤੇ ਸੰਸਾਰ ਤੋਂ ਝਾਟੀ ਪਾਰ ਹੋ ਜਾਂਦੇ। ਜਿਹੜੇ ਮਨਮੁਖ ਨੇ, ਪਾਪਾਂ ਕਰਕੇ ਪਾਪ ਦੀ ਪੰਡ ਜਿਨ੍ਹਾਂ ਨੇ ਸਿਰ ਤੇ ਚੁੱਕੀ ਹੈ, ਉਹਨਾਂ ਤੋਂ ਸੰਸਾਰ ਫਿਰ ਪਾਰ ਨਹੀਂ ਹੋਇਆ ਜਾਂਦਾ, ਫਿਰ ਇਹਦੇ ਵਿੱਚ ਹੀ ਡਿੱਗ ਪੈਂਦੇ ਸੰਸਾਰ ਦੇ, ਤੇ ਵਾਰ-ਵਾਰ ਜਨਮ ਲੈ ਕੇ ਆਉਂਦੇ, ਵਾਰ-ਵਾਰ ਮਰ ਕੇ ਜਾਂਦੇ। ਭਾਣੇ ਮੰਝ ਭਰੀ ਆਸ ਜੀਓ। ਜਿਹੜੇ ਪਾਪਾਂ ਕਰਕੇ ਭਰੇ ਹੋਏ ਨੇ, ਉਹ ਸੰਸਾਰ ਦੇ ਮੰਝ ਕਹੀਏ ਵਿੱਚ ਹੀ ਡਿੱਗ ਪੈਂਦੇ, ਵਾਰ-ਵਾਰ ਜਨਮਾਂ ਵਿੱਚ ਆਉਂਦੇ ਹਨ। ਭਾਣੇ ਸੋ ਸਹੁ ਰੰਗਲਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਣੇ ਹੁਕਮ ਦੇ ਵਿੱਚ ਹੀ ਉਹ ਜਿਹੜਾ ਸਹੋਪਤੀ ਪਰਮਾਤਮਾ ਹੈ, ਰੰਗਲਾ ਕਹੀਏ ਆਨੰਦ ਦੇਣ ਵਾਲਾ ਹੈ, ਬਖਸ਼ਿਸ਼ ਕਰਨ ਵਾਲਾ ਹੈ। ਸਿਫਤ ਰਤਾ ਗੁਣ ਤਾਸ ਜੀਓ। ਤੇ ਉਹਦੇ ਭਾਣੇ ਦੇ ਵਿੱਚ ਹੀ ਜੋ ਪਰਮਾਤਮਾ ਗੁਣਾਂ ਦਾ ਤਾਸ ਕਹੀਏ ਖਜ਼ਾਨਾ ਹੈ। ਗੁਣ ਤਾਸ ਤਾਂ ਕਿਹਾ ਜਾਂਦਾ ਵੀ ਉਹ ਗੁਣਾਂ ਦਾ ਖਜ਼ਾਨਾ ਹੈ। ਤਾਸ ਨਾਮ ਖਜ਼ਾਨੇ ਦਾ ਹੈ, ਗੁਣਾਂ ਦਾ ਖਜ਼ਾਨਾ ਜੋ ਪਰਮਾਤਮਾ ਹੈ। ਕਹਿਣ ਲੱਗੇ ਉਹਦੇ ਭਾਣੇ ਦੇ ਵਿੱਚ ਹੀ ਇਹ ਜਿਹੜਾ ਜੀਵ ਹੈ, ਉਹਦੀ ਸਿਫਤ ਵਿੱਚ ਤਦਾਕਾਰ ਹੋਇਆ, ਲਿਵਲੀਨ ਹੋਇਆ ਰਹਿੰਦਾ, ਹਰ ਵੇਲੇ ਉਹਦੀ ਹਰ ਵੇਲੇ ਸਿਫਤ ਕਰਦਾ ਰਹਿੰਦਾ ਹੈ। ਐਸੀ ਇਹਦੀ ਬਿਰਤੀ ਸਿਫਤ ਵਿੱਚ ਹਰ ਵੇਲੇ ਭਿੱਜੀ ਰਹਿੰਦੀ ਹੈ। ਭਾਣੇ ਸਹੁ ਪਿਹਾਵਲਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਣੇ ਹੁਕਮ ਦੇ ਵਿੱਚ ਹੀ ਪਿਹਾਵਲਾ, ਜਿਹੜਾ ਭਿਆਨਕ ਡਰ ਦੇਣ ਵਾਲਾ, ਸਹੁ ਕਹੀਏ ਜਮ ਹੈ, ਕਿਉਂਕਿ ਜਮ ਦਾ, ਜਮਦੂਤ ਦਾ ਡਰ ਸਭ ਤੋਂ ਵੱਡਾ ਮੰਨਿਆ ਜਾਂਦਾ ਹੈ। ਮਹਾਰਾਜ ਕਹਿਣ ਲੱਗੇ ਉਹਦੇ ਭਾਣੇ ਹੁਕਮ ਦੇ ਵਿੱਚ ਹੀ ਪਿਹਾਵਲਾ, ਜਿਹੜਾ ਭਿਆਨਕ ਡਰ ਦੇਣ ਵਾਲਾ ਜਮ ਹੈ, ਉਹ ਆ ਕੇ ਸਜ਼ਾ ਦਿੰਦਾ ਹੈ, ਜੀਵ ਨੂੰ ਲੈ ਕੇ ਜਾਂਦਾ ਹੈ, ਨਰਕਾਂ ਵਿੱਚ ਪਾਉਂਦਾ ਹੈ।
ਕਈ ਤਰ੍ਹਾਂ ਦੇ ਤਸੀਹੇ ਦਿੰਦਾ ਹੈ। ਓ ਆਵਣ ਜਾਣ ਮੁਆਸ ਜਿਓ ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਉਹਦੇ ਭਾਣੇ ਦੇ ਵਿੱਚ ਹੀ ਇਹ ਜਿਹੜਾ ਜੀਵ ਹੈ ਵਾਰ-ਵਾਰ ਕੇ ਜੰਮ ਕੇ ਆਉਂਦਾ ਹੈ, ਵਾਰ-ਵਾਰ ਮਰ ਕੇ ਜਾਂਦਾ ਹੈ, ਜੰਮਣ ਤੇ ਮਰਨ ਦੇ ਵਿੱਚ ਪਿਆ ਹੋਇਆ, ਅਤੇ ਇਹਦੀ ਜਿਹੜੀ ਆਸਾ ਹੈ ਉਹ ਮੁੱਕ ਚੁੱਕੀ ਹੈ, ਖਤਮ ਹੋ ਚੁੱਕੀ ਹੈ, ਵਾਰ-ਵਾਰ ਜੰਮਣ ਮਰਨ ਦੇ ਗੇੜੇ ਵਿੱਚ ਪਿਆ ਹੋਇਆ ਹੈ। ਤੂੰ ਸਹੋ ਅਗਮਾ ਤੋਲਵਾ ਪਰਮਾਤਮਾ ਤੂੰ ਮਨ ਦੀ ਗਮਤਾ ਤੋਂ ਪਰੇ ਹੈ, ਅਗੰਮ ਹੈ, ਜਿੱਥੇ ਮਨ ਦੀ ਪਹੁੰਚ ਨਹੀਂ ਹੈ। ਤੂੰ ਅਤੁਲਵਾ ਕਹੀਏ ਕਿਸੇ ਤਰ੍ਹਾਂ ਤੁਲਨ ਵਿੱਚ ਵੀ ਨਹੀਂ ਆਉਂਦਾ ਹੈ, ਤੂੰ ਅਤੁਲ ਹੈ, ਤੂੰ ਮਨ ਦੀ ਗਮਤਾ ਤੋਂ ਪਰੇ ਹੈ। ਓ ਕਹਿ ਟਹਿ ਪਈ ਆਸ ਜਿਓ ਤੇਰੇ ਸ਼ੁਭ ਗੁਣਾਂ ਨੂੰ ਕਹਿ ਕੇ ਤੇਰੇ ਗੁਣ ਮੈਂ ਤੇਰੇ ਦਰ ਤੇ ਆ ਕੇ ਢਹਿ ਪਈ ਹਾਂ। ਹੋਏ ਨਿਮਾਣੀ ਢਹਿ ਪਵਾਂ, ਬਾਣੀ ਦਾ ਬਚਨ ਨਿਮਾਣਾ ਹੋ ਕੇ ਮੈਂ ਤੇਰੇ ਦਰ ਤੇ ਆ ਕੇ ਢਹਿ ਪਿਆ ਹਾਂ, ਅਤੇ ਤੇਰੇ ਗੁਣਾਂ ਨੂੰ ਵਾਰ-ਵਾਰ ਕਹਿੰਦਾ ਹਾਂ, ਤੇਰੇ ਗੁਣਾਂ ਨੂੰ ਵਾਰ-ਵਾਰ ਜਪਦਾ ਹਾਂ, ਤੇਰੇ ਗੁਣਾਂ ਦੇ ਨਾਲ ਤੇਰੀ ਸਿਫਤ ਕਰਦਾ ਹਾਂ। ਐਸੀ ਦਾਤ ਮੈਨੂੰ ਦੇਣਾ ਕਰ। ਕਿਆ ਮੰਗੋ ਕਿਆ ਕਹਿ ਸੁਣੀ ਮੈਂ ਦਰਸ਼ਨ ਭੂਖ ਪਿਆਸ ਜਿਓ ਸਤਿਗੁਰੂ ਬਖਸ਼ਿਸ਼ ਕਰ ਦੇ, ਮੈਨੂੰ ਤੇਰੇ ਦਰਸ਼ਨਾਂ ਦੀ ਹੀ ਭੁੱਖ ਹੈ ਤੇ ਮੈਨੂੰ ਤੇਰੇ ਦਰਸ਼ਨਾਂ ਦੀ ਹੀ ਪਿਆਸ ਹੈ। ਸੰਸਾਰ ਦੇ ਲੋਕਾਂ ਨੂੰ ਸੰਸਾਰੀ ਪਦਾਰਥਾਂ ਦੀ ਪਿਆਸ ਹੈ, ਸੰਸਾਰੀ ਪਦਾਰਥਾਂ ਦੀ ਭੁੱਖ ਹੈ, ਪਰ ਸਤਿਗੁਰੂ ਜੀ ਮੈਨੂੰ ਕੇਵਲ ਤੁਹਾਡੇ ਦਰਸ਼ਨਾਂ ਦੀ ਭੁੱਖ ਹੈ, ਮੈਨੂੰ ਤੁਹਾਡੇ ਦਰਸ਼ਨਾਂ ਦੀ ਪਿਆਸ ਹੈ। ਕਿਆ ਮੰਗੋ, ਮੈਂ ਤੁਹਾਡੇ ਕੋਲੋਂ ਮੰਗਾ ਤੇ ਕੀ ਮੰਗਾ। ਗੁਰੂ ਨਾਨਕ ਦੇਵ ਮਹਾਰਾਜ ਨੇ ਬਚਨ ਲਿਖਿਆ, ਕਹਿਣ ਲੱਗੇ ਮੈਂ ਕਿਆ ਮੰਗੋ, ਮੈਂ ਕੀ ਮੰਗਾ। ਕੇਸ਼ ਥਿਰ ਨਾ ਰਹਾਈ, ਕੁਝ ਵੀ ਦੁਨੀਆ ਤੇ ਰਹਿਣ ਵਾਲਾ ਨਹੀਂ, ਕੀ ਮੰਗਾ ਫਿਰ। ਜੇ ਸਰੀਰ ਦਾ ਮੰਗਾਂਗਾ ਤੇ ਸਰੀਰ ਵੀ ਸਦਾ ਨਹੀਂ ਰਹਿਣ ਵਾਲਾ, ਰਾਜ ਮੰਗਾਂਗਾ ਤੇ ਰਾਜ ਵੀ ਨਹੀਂ ਰਹਿਣ ਵਾਲਾ, ਧਨ ਪਦਾਰਥ ਮੰਗ ਲਈਏ ਤੇ ਰਹਿਣ ਤੇ ਉਹ ਵੀ ਨਹੀਂ ਵਾਲਾ। ਮੈਂ ਕਿਆ ਮੰਗੋ, ਮੈਂ ਕੀ ਮੰਗਾ। ਕੇਸ਼ ਥਿਰ ਨਾ ਰਹਾਈ, ਕੁਝ ਵੀ ਰਹਿਣ ਵਾਲਾ ਨਹੀਂ। ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਲਿਖਿਆ, ਕਹਿਣ ਲੱਗੇ ਵੀ ਇੱਕ ਚੀਜ਼ ਰਹਿੰਦੀ ਹੈ ਭਾਈ, ਆਪਾਂ ਇਹ ਨਹੀਂ ਕਹਿ ਸਕਦੇ ਵੀ ਕੁਝ ਨਹੀਂ ਰਹਿਣ ਵਾਲਾ, ਇੱਕ ਚੀਜ਼ ਜ਼ਰੂਰ ਰਹਿੰਦੀ ਹੈ। ਉਹ ਕਿਹੜੀ ਹੈ। ਨਾਮ ਰਹਿਓ ਸਾਧੂ ਰਹਿਓ, ਨਾਮ ਸਦਾ ਰਹਿੰਦਾ ਹੈ। ਮੈਂ ਕਿਆ ਮੰਗੋ ਕਿ ਸਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀ। ਗੁਰੂ ਨਾਨਕ ਸਾਹਿਬ ਵੀ ਕਹਿੰਦੇ ਮੰਗਣਾ ਤੇ ਨਾਮ ਮੰਗ, ਉਹਦੇ ਬਿਨਾਂ ਕੁਝ ਰਹਿਣ ਵਾਲਾ ਨਹੀਂ ਹੈ। ਕਿਆ ਮੰਗੋ ਕਿਆ ਕਹਿ ਸੁਣੀ, ਮੈਂ ਕੀ ਤੁਹਾਡੇ ਕੋਲੋਂ ਮੰਗਾ, ਕਿਉਂਕਿ ਮੰਗਣ ਵਾਲੀ ਚੀਜ਼ ਕੋਈ ਹੈ ਹੀ ਨਹੀਂ। ਜੋ ਵੀ ਮੰਗਾਂਗਾ ਉਹ ਮੁੱਕ ਜਾਣਾ, ਨਾਸ ਹੋ ਜਾਣਾ ਹੈ। ਕਿਆ ਕਹੈ, ਮੈਂ ਤੁਹਾਨੂੰ ਕੀ ਕਵਾਂ। ਕਹਿ ਵੀ ਤਾਂ ਹੀ ਸਕਦੇ ਆ ਨਾ ਜੇ ਅਸੀਂ ਬੜੇ ਸਿਆਣੇ ਹੋਈਏ, ਪਰ ਰੱਬ ਦੇ ਅੱਗੇ ਸਾਡੀ ਸਿਆਣਪ ਤੇ ਜ਼ੀਰੋ ਹੈ, ਫਿਰ ਅਸੀਂ ਰੱਬ ਨੂੰ ਕੀ ਕਹਿ ਸਕਦੇ ਆ। ਹੈ ਪਰਮਾਤਮਾ ਮੈਂ ਤੈਨੂੰ ਕੁਝ ਨਹੀਂ ਕਹਿ ਸਕਦਾ, ਬੇਨਤੀ ਵੀ ਨਹੀਂ ਕਰਦਾ, ਤੇਰੀ ਮਰਜ਼ੀ ਹੈ। ਤੇ ਅਗਲਾ ਬਚਨ ਹੈ ਸੁਣੀ, ਤੂੰ ਮੇਰੀ ਪੁਕਾਰ ਨੂੰ ਸੁਣ, ਮੇਰੀ ਫਰਿਆਦ ਨੂੰ ਸੁਣ। ਮੈਂ ਇਹਨਾਂ ਕੰਨਾਂ ਵਿੱਚ ਕੇਵਲ ਤੇਰਾ ਨਾਮ ਹੀ ਸੁਣਦਾ ਹਾਂ, ਇਹਨਾਂ ਕੰਨਾਂ ਵਿੱਚ ਤੇਰਾ ਨਾਮ ਸੁਣਾ, ਪਰ ਮੈਂ ਕਹਿੰਦਾ ਕੁਝ ਨਹੀਂ ਹਾਂ। ਮੈਨੂੰ ਤੇਰੇ ਦਰਸ਼ਨਾਂ ਦੀ ਭੁੱਖ ਤੇ ਪਿਆਸ ਲੱਗੀ ਹੋਈ ਹੈ। ਮੈਂ ਦਰਸ਼ਨ ਭੂਖ ਪਿਆਸ ਜਿਓ ਹਉ ਗੁਰ ਸ਼ਬਦੀ ਸਹੁ ਪਾਇਆ, ਸਚ ਨਾਨਕ ਕੀ ਅਰਦਾਸ ਜਿਓ। ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੀ ਕਮਾਈ ਕੀਤੀ ਹੈ, ਜਿਨ੍ਹਾਂ ਨੇ ਗੁਰੂ ਦਾ ਉਪਦੇਸ਼ ਕਮਾਇਆ ਹੈ, ਉਹਨਾਂ ਨੇ ਸਹੁ ਪਾਇਆ, ਉਸ ਪਤੀ ਪਰਮਾਤਮਾ ਨੂੰ ਪਾਲਿਆ ਹੈ। ਜਿਨ੍ਹਾਂ ਨੇ ਗੁਰੂ ਸ਼ਬਦ ਦੀ ਕਮਾਈ ਕੀਤੀ ਹੈ, ਗੁਰੂ ਦਾ ਉਪਦੇਸ਼ ਸੁਣ ਕੇ ਕਮਾਇਆ ਹੈ, ਸੁਣਿਆ ਮੰਨਿਆ ਮਨ ਕੀਤਾ, ਜਿਨ੍ਹਾਂ ਨੇ ਕਮਾ ਲਿਆ ਹੈ ਨਾ ਬਚਨ, ਪਾਤਸ਼ਾਹ ਕਹਿਣ ਲੱਗੇ ਉਹਨਾਂ ਨੇ ਸਹੁ ਪਰਮਾਤਮਾ ਨੂੰ ਪਾਇਆ ਹੈ। ਗੁਰ ਸ਼ਬਦੀ ਸਹੁ ਪਾਇਆ, ਸਚ ਨਾਨਕ ਕੀ ਅਰਦਾਸ ਜੀਓ। ਉਹਨਾਂ ਗੁਰਮੁਖਾਂ ਦੀ ਅਰਦਾਸ ਪ੍ਰਵਾਨ ਹੋਈ ਹੈ ਜਿਨ੍ਹਾਂ ਨੇ ਰੱਬ ਨੂੰ ਪਾਇਆ ਹੈ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ, ਜਿਉ ਸਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲੋ। ਕਿਆ ਮੰਗੋ ਕਿਆ ਕਹਿ ਸੁਣੀ, ਮੈਂ ਦਰਸ਼ਨ ਭੂਖ ਪਿਆਸ ਜਿਓ। ਗੁਰ ਸ਼ਬਦੀ ਸਹੁ ਪਾਇਆ,
ਸਚ ਨਾਨਕ ਕੀ ਅਰਦਾਸ ਜਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।